ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਭੱਟ ਸਹਿਬਾਨ ਵੱਲੋਂ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਵਡਿਆਈ ਵਿੱਚ ਸਵਈਏ ਰੂਪ ਅੰਦਰ ਜੋ ਪਾਵਨ ਬਚਨ ਉਚਾਰਨ ਕੀਤੇ, ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਆਪ ਜੀਆਂ ਨੇ ਸਰਵਨ ਕੀਤਾ ਹੈ। ਅੰਮ੍ਰਿਤਮਈ ਬਾਣੀ ਅੱਜ ਦੇ ਪਵਿੱਤਰ ਬਚਨਾਂ ਦੀ ਵਿਚਾਰ ਨਾਲ ਸਾਂਝ ਪਾਉਣ ਲਈ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਜੁੜਨ ਦਾ ਯਤਨ ਕਰੀਏ। ਭੱਟ ਸਹਿਬਾਨ ਸਤਿਗੁਰੂ ਗੁਰੂ ਪਾਤਸ਼ਾਹ ਜੀ ਬਾਰੇ ਜੋ ਸਾਨੂੰ ਸੰਸਾਰੀ ਦੁਨਿਆਵੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਚੌਥੇ ਕੇ। ਇਕ ਓੰਕਾਰ ਸਤ ਗੁਰ ਪ੍ਰਸਾਦ। ਨਾਨਕ ਨਾਮ ਨਿਰੰਜਨ ਜਾਣਿਓ, ਕੀਨੀ ਭਗਤ ਪ੍ਰੇਮ ਲਿਵ ਲਾਈ। ਤਾਤੇ ਅੰਗਦ ਅੰਗ ਸੰਗ ਭਇਓ ਸ਼ਾਇਰ, ਤਿਨ ਸ਼ਬਦ ਸੁਰਤ ਕੀ ਨੀਵ ਰਖਾਈ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਚਨਾਂ ਦੀ ਗੁਰਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਸਾਂਝ ਪਾਉਂਦੇ ਆ ਰਹੇ ਹੋ। ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਉਸਤਤ ਵਿੱਚ ਭੱਟ ਕੀਰਤ ਜੀ ਵੱਲੋਂ ਜੋ ਪਾਵਨ ਬਚਨ ਉਚਾਰਨ ਕੀਤੇ, ਜਿਸ ਦਾ ਪਾਠ ਅੱਜ ਆਪ ਜੀ ਨੇ ਸਰਵਨ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 1406 ਦੇ ਉੱਪਰ ਸਭਾਏਮਾਨ ਹੈ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਜੋੜਦਿਆਂ ਭੱਟ ਜੀ ਨੇ ਅੱਜ ਗੁਰੂ ਨਾਨਕ ਸਾਹਿਬ ਜੀ ਤੋਂ ਇਹ ਪਾਵਨ ਬਚਨ ਜਿਹੜੇ ਨੇ ਆਰੰਭ ਕੀਤੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਤੱਕ ਇਹ ਬਖਸ਼ਿਸ਼ ਕਿਵੇਂ ਆਉਂਦੀ ਹੈ। ਜੋ ਸ਼ੁਰੂਆਤ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕੀਤੀ ਹੈ, ਇੱਕ ਨਿਰਮਲ ਪੰਥ ਦੀ, ਇੱਕ ਨਿਰਮਲ ਰਸਤਾ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਬਣਾਇਆ, ਜਿਹਦੇ ਵਿੱਚ ਮਨ ਆਤਮਕ ਤਲ ਉਤੇ ਹੀ ਨਿਰਮਲ ਹੋ ਕੇ ਚੱਲਿਆ ਜਾ ਸਕਦਾ ਹੈ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਤਨ ਦੀ ਸੁਚਮਤਾ, ਤਨ ਦੀ ਪਵਿੱਤਰਤਾ, ਬਾਹਰ ਦੀ ਪਵਿੱਤਰਤਾ ਵੱਲ ਬਹੁਤ ਧਿਆਨ ਜਿਹੜਾ ਸੀ ਉਹ ਦਿੱਤਾ ਗਿਆ ਕਿ ਬਾਹਰੋਂ ਚੌਂਕਾ ਆਪਣਾ ਸਵਾਰ ਲਓ, ਤਨ ਜਿਹੜਾ ਏ ਆਪਣਾ ਸੁੱਚਾ ਕਰ ਲਓ। ਬਾਹਰੋਂ ਨਿਰਮਲ ਹੋ ਕੇ ਦੁਨੀਆ ਨੂੰ ਬੜਾ ਵਿਖਾਇਆ ਗਿਆ ਤੇ ਅਗਿਆਨਤਾ ਦੇ ਵਿੱਚ ਰੱਖ ਕੇ ਉਹਨਾਂ ਨੂੰ ਗਿਆਨ ਤੋਂ ਦੂਰ ਕੀਤਾ ਗਿਆ। ਪਰ ਗੁਰੂ ਨਾਨਕ ਸਾਹਿਬ ਜੀ ਨੇ ਨਿਰਮਲ ਪੰਥ ਦੀ ਸ਼ੁਰੂਆਤ ਕਰਕੇ, ਪੰਥ ਦਾ ਅਰਥ ਹੈ ਰਸਤਾ, ਜਿਹੜਾ ਰਸਤਾ ਗੁਰੂ ਨਾਨਕ ਸਾਹਿਬ ਜੀ ਨੇ ਸ਼ੁਰੂ ਕੀਤਾ ਉਹ ਬਾਹਰ ਦਾ ਨਹੀਂ, ਉਹ ਸਾਡੇ ਅੰਦਰ ਹਿਰਦੇ ਦਾ ਹੈ। ਤੇ ਜੇ ਅੰਦਰ ਦਾ ਉਹ ਰਸਤਾ ਸਫ਼ਰ ਹੈ ਤੇ ਫਿਰ ਪਵਿੱਤਰਤਾ ਵੀ ਅੰਦਰ ਦੀ ਹੀ ਚਾਹੀਦੀ ਹੈ।
ਫਿਰ ਉੱਥੇ ਸੁਚਮਤਾ ਵੀ ਜਿਹੜੀ ਹੈ ਉਹ ਅੰਦਰ ਹਿਰਦੇ ਵਿੱਚ ਮਾਨਸਿਕ ਤਲ ਤੇ ਚਾਹੀਦੀ ਹੈ। ਅਸੀਂ ਬਾਹਰੋਂ ਤਨ ਦੀ ਚੁੱਭੀ ਲਾ ਲਈ ਤੇ ਅਸੀਂ ਸੋਚਿਆ ਸੁੱਚੇ ਹੋ ਗਏ, ਪਵਿੱਤਰ ਹੋ ਗਏ। ਬਾਹਰੋਂ ਅਸੀਂ ਧਰਮ ਦਾ ਲਿਬਾਸ ਜਿਹੜਾ ਸੀ ਇਹ ਪਾ ਲਿਆ, ਧਰਮ ਦੇ ਚਿੰਨ੍ਹ ਆਪਣੇ ਤਨ ਤੇ ਧਾਰਨ ਕਰ ਲਏ, ਅਸੀਂ ਸੋਚਿਆ ਨਿਰਮਲ ਹੋ ਗਏ, ਪਵਿੱਤਰ ਹੋ ਗਏ। ਪਰ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਨਹੀਂ, ਇਹਨਾਂ ਨੂੰ ਸੁੱਚੇ, ਇਹਨਾਂ ਨੂੰ ਪਵਿੱਤਰ, ਇਹਨਾਂ ਨੂੰ ਨਿਰਮਲ ਨਹੀਂ ਆਖਣਾ ਚਾਹੀਦਾ, ਜਿਹੜੇ ਅੰਦਰੋਂ ਮੈਲੇ ਨੇ ਤੇ ਬਾਹਰੋਂ ਨਿਰਮਲ ਨੇ। ਮਾਰੇ ਕਹਿੰਦੇ ਸੁੱਚੇ ਇਹ ਨਾ ਆਖੀਆਂ ਬਹਿਨ ਜੇ ਪਿੰਡਾ ਧੋਏ, ਸੁੱਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ। ਜਿਹਦੇ ਮਨ ਵਿੱਚ ਸੱਚਾ ਪਰਮੇਸ਼ਵਰ ਦਾ ਪਵਿੱਤਰ ਨਾਮ ਵਸ ਗਿਆ, ਜਿਹਦੇ ਮਨ ਵਿੱਚੋਂ ਵਿਕਾਰਾਂ ਦੀ ਮੱਲ ਉਤਰ ਗਈ, ਉਹ ਅਸਲ ਵਿੱਚ ਨਿਰਮਲ ਪਵਿੱਤਰ ਹੈ। ਜਿਹਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ, ਕਿਉਂਕਿ ਰਸਤਾ ਉਹੀ ਹੈ, ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਤੋਰਦਿਆਂ ਇਹੀ ਗੱਲ ਸਮਝਾਈ ਕਿ ਬਾਹਰੋਂ ਨਹੀਂ, ਸਾਨੂੰ ਅੰਦਰੋਂ ਨਿਰਮਲਤਾ, ਪਵਿੱਤਰਤਾ ਚਾਹੀਦੀ ਹੈ, ਤਾਂ ਤੁਸੀਂ ਆਪਣੀ ਮੰਜ਼ਿਲ ਤੇ ਮੁਕਾਮ ਤੇ ਪਹੁੰਚ ਸਕਦੇ ਹੋ। ਨਹੀਂ ਤੇ ਬਾਹਰ ਦੀ ਜਿਹੜੀ ਅਸੀਂ ਅਵਸਥਾ ਬਣਾ ਕੇ ਬੈਠੇ ਹਾਂ, ਇਹਦੇ ਵਿੱਚ ਭਰਮ ਵਿੱਚ ਅਸੀਂ ਜ਼ਿੰਦਗੀ ਦੀ ਬਾਜੀ ਹਾਰ ਜਾਵਾਂਗੇ। ਜੀਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਮੈਲੇ, ਤਿਨੀ ਜਨਮ ਜੂਏ ਹਾਰਿਆ। ਬਾਹਰੋਂ ਨਿਰਮਲ ਹੋ ਗਏ ਕਿਉਂਕਿ ਸੌਖਾ ਸੀ, ਬਾਹਰੋਂ ਪਵਿੱਤਰਤਾ ਬਣਾ ਲਈ, ਸੌਖੀ ਸੀ, ਧਰਮ ਦੇ ਚਿੰਨ੍ਹ ਬਣਾਉਣੇ ਸੌਖੇ ਸਨ। ਪਰ ਅੰਦਰ ਦੀ ਪਵਿੱਤਰਤਾ, ਅੰਦਰ ਧਰਮ ਦੇ ਗੁਣ ਜਿਹੜੇ ਸੀ, ਉਹ ਅੰਦਰ ਹਿਰਦੇ ਵਿੱਚ ਬਣਾਉਣੇ ਬੜੇ ਔਖੇ ਨੇ। ਤੇ ਗੁਰੂ ਸਾਹਿਬ ਜੀ ਨੇ ਆਖਿਆ ਇਹ ਗੱਲ ਬਿਲਕੁਲ ਕਲੀਅਰ ਹੈ ਕਿ ਜਿਹੜੇ ਅੰਦਰੋਂ ਮੈਲੇ ਨੇ, ਮਨ ਕਰਕੇ ਤੇ ਬਾਹਰੋਂ ਨਿਰਮਲ ਨੇ, ਉਹ ਕਦੇ ਆਪਣੀ ਜ਼ਿੰਦਗੀ ਦੀ ਬਾਜੀ ਜਿੱਤ ਨਹੀਂ ਸਕਦੇ। ਉਹ ਅੱਜ ਵੀ ਹਾਰੇ ਨੇ ਤੇ ਕੱਲ ਵੀ ਹਾਰੇ ਨੇ। ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਬਾਹਰ ਦੇ ਤੀਰਥ ਤੋਂ ਫਿਰ ਵਰਜਦਿਆਂ ਆਖਿਆ ਸੀ, ਮਨ ਤਾਂ ਕਹਿੰਦਾ ਹੈ ਕਿ ਤਨ ਹੀ ਜੁੜਿਆ ਰਹੇ, ਮਨ ਨੂੰ ਜੁੜਨ ਦੀ ਲੋੜ ਨਾ ਪਏ, ਵੀ ਤਨ ਹੀ ਧਰਮ ਦੇ ਚਿੰਨ੍ਹ ਪਾ ਕੇ ਤੇ ਧਰਮੀ ਬਣਿਆ ਰਹੇ। ਮਨ ਕਹਿੰਦਾ ਬਸ ਜਿਹੜੇ ਮੈਂ ਰੰਗਾਂ ਵਿੱਚ ਰੰਗਿਆ, ਮੈਂ ਉਸੇ ਰੰਗਾਂ ਵਿੱਚ ਰੰਗਿਆ ਰਵਾਂ। ਤੇ ਗੱਲ ਤਨ ਦੀ ਨਹੀਂ, ਗੱਲ ਮਨ ਦੀ ਹੈ। ਗੁਰਬਾਣੀ ਸਾਡੇ ਮਨ ਦਾ ਵਿਸ਼ਾ ਹੈ, ਸਾਡੇ ਤਨ ਦਾ ਵਿਸ਼ਾ ਨਹੀਂ। ਮਨ ਕਾਮਨਾ ਤੀਰਥ ਦੇ ਛੁਟੈ, ਗਰਭ ਗੁਮਾਨ ਨਾ ਮਨ ਤੇ ਹੁਟੈ, ਸੋਚ ਕਰੈ ਦਿਨਸ ਅਰ ਰਾਤ। ਹੁਣ ਦਿਨ ਰਾਤ ਬਾਹਰ ਦੀ ਸੁਚਮਤਾ ਬਣਾ ਕੇ ਬੈਠਾ ਹੋਇਆ ਹੈ। ਸੋਚ ਕਰੈ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਮਨ ਦੀ ਮੈਲ ਤਨ ਤੇ, ਤਨ ਦੇ ਰਾਹੀਂ ਕਿਵੇਂ ਉਤਰ ਜਾਏਗੀ? ਜਿਹੜੀ ਮੈਲ ਮਨ ਨੂੰ ਲੱਗੀ ਹੈ ਉਹ ਤਨ ਤੋਂ ਕਿਵੇਂ ਉਤਾਰ ਲਾਂਗੇ? ਇਸ ਲਈ ਮਹਾਰਾਜ ਜੀ ਕਹਿੰਦੇ ਆ ਜਿਹੜਾ ਪੰਥ ਹੈ, ਇਹ ਜਿਹੜਾ ਨਿਰਮਲ ਰਸਤਾ ਹੈ, ਇਹਦੇ ਵਿੱਚ ਤੁਹਾਨੂੰ ਮਨ ਕਰਕੇ ਨਿਰਮਲ ਹੋਣਾ ਪੈਣਾ ਹੈ। ਇਹਦੇ ਲਈ ਤੁਹਾਨੂੰ ਮਨ ਦੀ ਪਵਿੱਤਰਤਾ ਚਾਹੀਦੀ ਹੈ, ਮਨ ਦੀ ਸੁਚਮਤਾ ਚਾਹੀਦੀ ਹੈ, ਔਰ ਇਹਦੇ ਵਿੱਚ ਤਨ ਨੇ ਨਹੀਂ, ਮਨ ਨੇ ਕਰਮ ਕਰਨਾ ਹੈ। ਇਸੇ ਲਈ ਗੁਰੂ ਨਾਨਕ ਸਾਹਿਬ ਜੀ ਨੇ ਆਰੰਭ ਵਿੱਚ ਸਾਨੂੰ ਗੱਲ ਸਮਝਾ ਦਿੱਤੀ ਕਿ ਤੁਸੀਂ ਭਾਵੇਂ ਤਨ ਕਰਕੇ ਜਿੰਨਾ ਮਰਜ਼ੀ ਭੁੱਖੇ ਰਹੋ, ਵਰਤ ਰੱਖੋ, ਭਾਵੇਂ ਅੱਖਾਂ ਮੀਟ ਕੇ ਤੁਸੀਂ ਚੌਂ ਬੈਠ ਕੇ ਸਮਾਧੀਆਂ ਲਾਓ, ਭਾਵੇਂ ਮੌਨ ਧਾਰ ਕੇ ਸਮਾਧੀਆਂ ਲਾਓ, ਪਰ ਮਹਾਰਾਜ ਕਹਿੰਦੇ ਨਹੀਂ, ਜਿਹੜਾ ਇਹ ਨਿਰਮਲ ਪੰਥ ਅਸੀਂ ਤਿਆਰ ਕੀਤਾ ਹੈ, ਜਿਹਦੇ ਤੇ ਇਸ ਸੰਸਾਰ ਦੇ ਜੀਆਂ ਨੂੰ ਚਲਾਉਣਾ ਹੈ, ਉਹਦੇ ਵਿੱਚ ਇਹ ਕਰਮ ਕਾਂਡ ਨਹੀਂ ਆਉਣੇ। ਕਰਮ ਕਾਂਡ ਤੋਂ ਵੱਖਰਾ ਕਰਕੇ ਇਹਨਾਂ ਨੂੰ ਨਿਆਰਾਪਨ ਦੇ ਕੇ ਚਲਾਉਣਾ ਹੈ, ਤਾਂ ਹੀ ਤੇ ਇਹਨੂੰ ਖਾਲਸਾ ਕਿਹਾ ਹੈ। ਇਸ ਲਈ ਆਰੰਭ ਵਿੱਚ ਹੀ ਗੁਰੂ ਨਾਨਕ ਸਾਹਿਬ ਜੀ ਨੇ ਕਹਿ ਦਿੱਤਾ, ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵ ਤਾਰ, ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ, ਸਹਿਸ ਸਿਆਣਪਾ ਲੱਖ ਹੋਏ, ਤਾਂ ਇੱਕ ਨਾ ਚੱਲੇ ਨਾਲ।
ਇਹਨਾਂ ਸਾਰਿਆਂ ਵਿੱਚੋਂ ਇੱਕ ਨੇ ਵੀ ਸਾਨੂੰ ਸਚਿਆਰ ਨਹੀਂ ਬਣਾਉਣਾ। ਇਹਨਾਂ ਸਾਰਿਆਂ ਵਿੱਚੋਂ ਇੱਕ ਨੇ ਵੀ ਸਾਨੂੰ ਸੱਚ ਨਾਲ ਨਹੀਂ ਜੋੜਨਾ, ਤੇ ਬੰਦਾ ਸਾਰੀ ਉਮਰ ਲੱਗਾ ਹੀ ਇਸ ਪਾਸੇ ਹੈ। ਸਰੀਰ ਤਨ ਕਰਕੇ ਕਰਮ ਜਿਹੜਾ ਉਹ ਕਰ ਰਿਹਾ ਹੈ, ਪਰ ਮਹਾਰਾਜ ਕਹਿੰਦੇ ਸਚਿਆਰ ਤਾਂ ਮਨ ਨਹੀਂ ਹੋਣਾ, ਕੂੜ ਤਾਂ ਮਨ ਦੇ ਵਿੱਚ ਭਰਿਆ। ਇਸ ਲਈ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜੋ ਇਹ ਮਾਰਗ ਆਰੰਭਿਆ ਹੈ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਇਸ ਪੰਥ ਤੇ ਚੱਲਦਿਆਂ, ਇਸ ਰਾਹ ਤੇ ਚੱਲਦਿਆਂ ਸੱਚ ਦਾ ਹੋਕਾ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਦੇ ਕੇ ਮਨ ਦੀ ਮਲੀਨਤਾ, ਮਨ ਦੇ ਵਿੱਚ ਜੋ ਕੂੜ ਹੈ, ਵਿਕਾਰ ਹੈ, ਉਹਨੂੰ ਕੱਢਣ ਦਾ ਯਤਨ ਗੁਰੂ ਸਾਹਿਬ ਨੇ ਕੀਤਾ। ਅੰਦਰੋਂ ਪਵਿੱਤਰ ਕਰਨ ਦਾ ਯਤਨ ਕੀਤਾ ਵੀ ਤੁਸੀਂ ਮਨ ਕਰਕੇ ਪਵਿੱਤਰ ਹੋਵੋ। ਬਾਹਰ ਦੀਆਂ ਯਾਤਰਾਵਾਂ ਬਹੁਤ ਕਰ ਲਈਆਂ, ਹੁਣ ਕਿਤੇ ਅੰਦਰ ਦੀ ਯਾਤਰਾ ਕਰਕੇ ਵੇਖੋ। ਇਸ ਸਫ਼ਰ ਦੇ ਵਿੱਚ ਜਿੱਥੇ ਅਨੰਤ ਪ੍ਰਾਣੀ ਗੁਰੂ ਨਾਨਕ ਸਾਹਿਬ ਜੀ ਨੂੰ ਆ ਕੇ ਮਿਲੇ ਜਾਂ ਗੁਰੂ ਨਾਨਕ ਸਾਹਿਬ ਜੀ ਜਾ ਕੇ ਮਿਲੇ, ਹਰ ਧਰਮ ਤੇ ਹਰ ਵਰਗ ਦਾ ਪ੍ਰਾਣੀ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਦਾ ਹੈ। ਭਾਵੇਂ ਉਹ ਆਪਣੇ ਆਪ ਨੂੰ ਬ੍ਰਾਹਮਣ ਅਖਾਉਣ ਵਾਲਾ ਹੈ, ਭਾਵੇਂ ਪੰਡਤ ਅਖਾਉਣ ਵਾਲਾ ਹੈ, ਉਹ ਭਾਵੇਂ ਜੋਗੀ ਹੈ, ਭਾਵੇਂ ਉਹ ਆਪਣੇ ਆਪ ਨੂੰ ਸਾਧੂ ਕਹਿੰਦਾ ਹੈ, ਸੰਨਿਆਸੀ ਕਹਿੰਦਾ ਹੈ, ਮੌਨਧਾਰੀ ਕਹਿੰਦਾ ਹੈ। ਜਿੰਨੇ ਵੀ ਧਰਮ ਦੇ ਲੋਕ ਨੇ ਉਹ ਗੁਰੂ ਨਾਨਕ ਸਾਹਿਬ ਜੀ ਨੂੰ ਮਿਲੇ ਨੇ, ਤੇ ਹਰ ਇੱਕ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਇਹੀ ਸਿਖਾਇਆ ਕਿ ਤੂੰ ਜਿਹੜੇ ਧਰਮ ਵਿੱਚ ਹੈ ਆਪਣੇ ਧਰਮ ਵਿੱਚ ਪੱਕਾ ਰਹਿ। ਪਰ ਤਨ ਦੀ ਖੇਡ ਨਹੀਂ, ਇੱਥੇ ਮਨ ਦੀ ਖੇਡ ਹੈ। ਮਨ ਕਰਕੇ ਪਵਿੱਤਰ ਹੋਵੋ, ਮਨ ਕਰਕੇ ਦੂਜਿਆਂ ਨੂੰ ਪਵਿੱਤਰਤਾ ਦਾ ਉਪਦੇਸ਼ ਦਿਓ। ਆਪ ਵੀ ਵਹਿਮ ਭਰਮ ਚ ਨਾ ਪਾਓ ਤੇ ਨਾ ਦੂਜਿਆਂ ਨੂੰ ਪਾਓ। ਨਾ ਆਪ ਕਰਮ ਕਾਂਢੀ ਹੋਵੋ ਤੇ ਨਾ ਦੂਜਿਆਂ ਨੂੰ ਕਰਮ ਕਾਂਢੀ ਬਣਾਓ। ਸੱਚ ਦੇ ਮਾਰਗ ਤੇ ਸੱਚ ਦਾ ਹੋਕਾ ਦਿੰਦੇ ਹੋਏ ਚੱਲੋ। ਇਸ ਸਫ਼ਰ ਦੇ ਵਿੱਚ ਹਰ ਕੋਈ ਗੁਰੂ ਨਾਨਕ ਸਾਹਿਬ ਜੀ ਅੱਗੇ ਝੁਕ ਕੇ ਕਹਿੰਦਾ ਹੈ, ਧੰਨ ਨਾਨਕ ਤੇਰੀ ਵੱਡੀ ਕਮਾਈ। ਮੁਲਤਾਨ ਔਰ ਬਗਦਾਦ ਵਰਗੇ ਪੀਰ ਵੀ ਝੁਕ ਗਏ, ਸਮੇਰ ਪਰਬਤ ਵਰਗੇ ਵੱਡੇ ਤੋਂ ਵੱਡੇ ਜੋਗੀ ਵੀ ਝੁਕ ਗਏ, ਔਰ ਵੱਡੇ ਤੋਂ ਵੱਡੇ ਆਪਣੇ ਆਪ ਨੂੰ ਪੰਡਤ ਵਿਦਵਾਨ ਕਹਿਣ ਵਾਲੇ ਵੀ ਧੰਨ ਗੁਰੂ ਨਾਨਕ ਸਾਹਿਬ ਅੱਗੇ ਆ ਕੇ ਝੁਕ ਗਏ। ਜਦੋਂ ਕਰਤਾਰਪੁਰ ਵਿੱਚ ਆ ਕੇ ਗੁਰੂ ਨਾਨਕ ਸਾਹਿਬ ਜੀ ਨੇ ਇੱਥੇ ਧਰਮਸਾਲ ਬਣਾ ਕੇ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਉਪਦੇਸ਼ ਦਿੱਤਾ, ਤਾਂ ਇੱਥੇ ਫਿਰ ਗੁਰੂ ਨਾਨਕ ਸਾਹਿਬ ਜੀ ਦੇ ਦਰ ਉੱਤੇ ਭਾਈ ਲਹਿਣਾ ਜੀ ਆਉਂਦੇ ਨੇ। ਰਸਤਾ ਉਹਨਾਂ ਦਾ ਵੀ ਪਹਿਲਾਂ ਬਾਹਰ ਦਾ ਹੀ ਸੀ। ਬਾਹਰ ਦੇ ਰਸਤੇ ਤੇ ਚੱਲਦੇ ਗਏ, ਜੋ ਮਨ ਕਰਕੇ ਸਕੂਨ ਚਾਹੀਦਾ ਸੀ, ਮਨ ਕਰਕੇ ਪਵਿੱਤਰਤਾ ਚਾਹੀਦੀ ਸੀ, ਉਹ ਹਜੇ ਤੱਕ ਪ੍ਰਾਪਤ ਨਹੀਂ ਹੋਈ। ਧੰਨ ਗੁਰੂ ਨਾਨਕ ਸਾਹਿਬ ਦੇ ਦਰ ਤੇ ਆਏ। ਮਹਾਰਾਜ ਕਹਿੰਦੇ ਬਾਹਰ ਦੀਆਂ ਯਾਤਰਾਵਾਂ ਬੜੀਆਂ ਹੋ ਗਈਆਂ, ਆਓ ਹੁਣ ਅੰਦਰ ਦੀ ਯਾਤਰਾ ਜਿਹੜੀ ਆ ਉਹ ਕਰਕੇ ਵੇਖੋ। ਬਾਹਰ ਦੀਆਂ ਯਾਤਰਾਵਾਂ ਬੜੀਆਂ ਹੋਈਆਂ, ਅੰਦਰ ਦੀ ਇੱਕ ਯਾਤਰਾ ਜਿਹੜੀ ਆ ਉਹ ਕਰਨੀ ਹੈ, ਸੰਸਾਰ ਤੋਂ ਨਿਰੰਕਾਰ ਤੱਕ, ਦਿਮਾਗ ਤੋਂ ਦਿਲ ਤੱਕ ਦਾ ਸਫ਼ਰ ਕਰਨਾ ਹੈ। ਤੇ ਗੁਰੂ ਨਾਨਕ ਸਾਹਿਬ ਜੀ ਦਾ ਹੁਕਮ ਫਿਰ ਭਾਈ ਲਹਿਣਾ ਜੀ ਨੇ ਮੰਨਿਆ। ਭੱਟ ਕੀਰਤ ਜੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਉਸਤਤ ਕਰ ਰਹੇ ਨੇ, ਪਰ ਅੱਜ ਦਾ ਜਿਹੜਾ ਇਹ ਸਵਈਆ ਹੈ ਇਹਦੇ ਵਿੱਚ ਸ਼ੁਰੂਆਤ ਗੁਰੂ ਨਾਨਕ ਸਾਹਿਬ ਤੋਂ ਕਰ ਰਹੇ ਨੇ ਕਿ ਕਿਸ ਤਰ੍ਹਾਂ ਇਹ ਬਖਸ਼ਿਸ਼ ਗੁਰੂ ਨਾਨਕ ਸਾਹਿਬ ਦੇ ਘਰ ਦੀ ਚਲਦੀ ਹੋਈ ਧੰਨ ਗੁਰੂ ਰਾਮਦਾਸ ਜੀ ਦੀ ਝੋਲੀ ਵਿੱਚ ਆ ਕੇ ਪਈ ਹੈ। ਤੋ ਭੱਟ ਜੀ ਨੇ ਜ਼ਿਕਰ ਕੀਤਾ, ਨਾਨਕ ਦੇ ਕੱਕੇ ਨੂੰ ਸਿਹਾਰੀ ਹੈ, ਨਾਨਕ ਜੀ ਨੇ ਨਾਮ ਨਿਰੰਜਨ ਜਾਣਿਓ। ਧੰਨ ਗੁਰੂ ਨਾਨਕ ਸਾਹਿਬ ਨੇ ਨਿਰਅੰਜਨ, ਨਿਰ ਪਲਸ ਅੰਜਨ, ਇਹਨੂੰ ਇਕੱਠਾ ਕਰ ਦਈਏ ਤੇ ਨਿਰੰਜਨ, ਅੰਜਨ ਤੋਂ ਰਹਿਤ, ਵਿਕਾਰਾਂ ਤੋਂ ਰਹਿਤ। ਪਰਮੇਸ਼ਵਰ ਦਾ ਜਿਹੜਾ ਨਾਮ ਹੈ ਉਹ ਪਵਿੱਤਰ, ਐਸਾ ਪਵਿੱਤਰ ਹੈ ਕਿ ਅੰਜਨ ਤੋਂ ਰਹਿਤ ਹੈ, ਉਹ ਵਿਕਾਰਾਂ ਤੋਂ ਰਹਿਤ ਹੈ। ਪਰਮੇਸ਼ਵਰ ਦੇ ਨਾਮ ਵਿੱਚ ਕੋਈ ਦਾਗ, ਕੋਈ ਦੋਸ਼, ਕੋਈ ਕਿਸੇ ਪ੍ਰਕਾਰ ਦੀ ਜਿਹੜੀ ਹੈ
ਉਹ ਵਿਕਾਰਾਂ ਵਾਲੀ ਮਲੀਨਤਾ ਦਾ ਲੇਪ ਨਹੀਂ। ਇੰਨਾ ਪਵਿੱਤਰ ਨਾਮ ਹੈ ਕਿ ਜੇ ਇਹ ਸਾਡੇ ਮਨ ਤੇ ਆ ਕੇ ਇਹਦਾ ਅਸਰ ਹੋ ਜਾਏ ਤੇ ਸਾਡੇ ਮਨ ਦੀ ਮਲੀਨਤਾ ਦੂਰ ਹੋ ਸਕਦੀ ਹੈ, ਸਾਡਾ ਮਨ ਪਵਿੱਤਰ ਹੋ ਸਕਦਾ ਹੈ, ਮਨ ਵਿੱਚੋਂ ਵਿਕਾਰਾਂ ਦਾ ਪ੍ਰਭਾਵ ਖਤਮ ਹੋ ਜਾਏਗਾ। ਇਸੇ ਲਈ ਗੁਰੂ ਸਾਹਿਬ ਨੇ, ਜੇ ਗੁਰੂ ਸਾਹਿਬ ਨੇ ਜਾਣਿਆ ਤਾਂ ਹੀ ਤੇ ਸਾਨੂੰ ਸਮਝਾਇਆ ਕਿ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ। ਗੁਰੂ ਨਾਨਕ ਸਾਹਿਬ ਜੀ ਨੇ ਪਰਮੇਸ਼ਵਰ ਦੇ ਸੱਚੇ ਨਾਮ ਨੂੰ ਜਾਣਿਆ, ਚੰਗੀ ਤਰ੍ਹਾਂ ਉਹਨੂੰ ਪਛਾਣਿਆ ਤੇ ਫਿਰ ਕੀ ਕੀਤਾ? ਨਾਨਕ ਨਾਮ ਨਿਰੰਜਨ ਜਾਣਿਓ ਕੀਨੀ ਭਗਤ। ਭਗਤ ਦੇ ਤੱਤੇ ਨੂੰ ਸਿਹਾਰੀ, ਨਾਮ ਨੂੰ ਚੰਗੀ ਤਰ੍ਹਾਂ ਜਾਣ ਕੇ ਸਮਝ ਕੇ ਫਿਰ ਉਹਦੀ ਭਗਤੀ ਗੁਰੂ ਨਾਨਕ ਸਾਹਿਬ ਨੇ ਕੀਤੀ। ਜਿਹੜੀ ਗੁਰਬਾਣੀ ਸਾਨੂੰ ਦਿੱਤੀ ਹੈ ਇਹੀ ਸੱਚਾ ਨਾਮ ਹੈ ਪਰਮੇਸ਼ਵਰ ਦਾ। ਇਹਦੇ ਨਾਲ ਜਦੋਂ ਅਸੀਂ ਮਨ ਸੁਰਤ ਕਰਕੇ ਜੁੜਾਂਗੇ ਇਹੀ ਸਾਡੇ ਲਈ ਭਗਤੀ ਬਣ ਜਾਣੀ ਹੈ, ਇਹੀ ਸਾਡੇ ਲਈ ਅੰਦਰ ਉਹਦੇ ਨਾਮ ਦਾ ਜਾਗ ਲੱਗ ਜਾਣਾ ਹੈ। ਪਰ ਪਹਿਲਾਂ ਆਪ ਭਗਤੀ ਕੀਤੀ ਹੈ ਗੁਰੂ ਨਾਨਕ ਸਾਹਿਬ ਨੇ, ਆਪ ਉਸ ਨਾਮ ਦੀ ਕਮਾਈ ਕਰਕੇ ਫਿਰ ਦੂਜਿਆਂ ਨੂੰ ਉਪਦੇਸ਼ ਜਿਹੜਾ ਉਹ ਦਿੱਤਾ ਹੈ ਕਿ ਇੱਕ ਸੱਚੇ ਨਾਮ ਦਾ ਅਭਿਆਸ ਕਰੋ, ਵਹਿਮ ਭਰਮ ਕਰਮ ਕਾਂਡ ਵਿੱਚੋਂ ਨਿਕਲ ਕੇ ਇੱਕ ਸੱਚੇ ਨਾਮ ਦੇ ਅਭਿਆਸੀ ਬਣੋ। ਹੁਣ ਭੱਟ ਜੀ ਕਹਿੰਦੇ ਨੇ ਕਿ ਗੁਰੂ ਸਾਹਿਬ ਨੇ ਪਵਿੱਤਰ ਨਾਮ ਨੂੰ ਚੰਗੀ ਤਰ੍ਹਾਂ ਜਾਣਿਆ, ਫਿਰ ਕੀਨੀ ਭਗਤ, ਫਿਰ ਭਗਤੀ ਕੀਤੀ। ਕਿਵੇਂ ਕੀਤੀ? ਪ੍ਰੇਮ ਲਿਵ ਲਾਈ, ਪ੍ਰੇਮ ਦੇ ਵਿੱਚ ਲਿਵ ਨੂੰ ਸੁਰਤ ਨੂੰ ਜੋੜ ਕੇ। ਤੇ ਗੁਰੂ ਨਾਨਕ ਸਾਹਿਬ ਜੀ ਨੇ ਇਹੀ ਹੋਕਾ ਦਿੱਤਾ ਕਿ ਤੁਸੀਂ ਵੀ ਸ਼ਬਦ ਨੂੰ, ਗੁਰੂ ਤੇ ਸੁਰਤ ਨੂੰ ਚੇਲਾ ਬਣਾ ਕੇ ਅਭਿਆਸ ਕਰੋ। ਜਦੋਂ ਸੁਰਤ ਤੇ ਸ਼ਬਦ ਦਾ ਮੇਲ ਹੋ ਜਾਏਗਾ ਤੁਹਾਡੀ ਵੀ ਲਿਵ ਲੱਗ ਜਾਏਗੀ। ਸਾਡੀ ਲਿਵ ਤਾਂ ਲੱਗ ਨਹੀਂ ਰਹੀ। ਬਹੁਤਾਤ ਵਿੱਚ ਇਹੀ ਹੁੰਦਾ ਵੀ ਅਸੀਂ ਬੜਾ ਪਾਠ ਕਰਦੇ ਹਾਂ, ਬੜਾ ਪਾਠ ਕਰਦੇ ਹਾਂ, ਸਿਮਰਨ ਵੀ ਅਸੀਂ ਬੜਾ ਕਰਦੇ ਹਾਂ, ਪਰ ਇੱਕੋ ਹੀ ਅੰਦਰ ਕਮਜ਼ੋਰੀ ਹੈ ਕਿ ਸਾਡੀ ਸੁਰਤ ਨਹੀਂ ਜੁੜਦੀ, ਸਾਡੀ ਲਿਵ ਜਿਹੜੀ ਹੈ ਉਹ ਨਹੀਂ ਲੱਗਦੀ। ਤੇ ਅਸੀਂ ਬਾਣੀ ਦਾ ਅਭਿਆਸ ਕਰਨਾ ਵੀ ਕਾਹਦੇ ਲਈ ਹੈ? ਇਸੇ ਲਈ ਤੇ ਕਰਨਾ ਹੈ ਕਿ ਸਾਡੀ ਜਿਹੜੀ ਲਿਵ ਛੁੜਕ ਗਈ ਹੈ ਉਹ ਲਿਵ ਨਿਰੰਕਾਰ ਨਾਲ ਦੁਬਾਰਾ ਜੁੜ ਜਾਏ। ਬਾਣੀ ਦਾ ਅਭਿਆਸ ਇਸੇ ਲਈ ਸੀ ਕਿ ਜਿਹੜਾ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਜਿਸ ਇਸ ਤ੍ਰੈ ਗੁਣੀ ਮਾਇਆ ਨੇ ਆਪਣਾ ਪ੍ਰਭਾਵ ਸਾਡੇ ਤੇ ਪਾ ਕੇ ਸਾਡਾ ਧਿਆਨ ਨਿਰੰਕਾਰ ਤੋਂ ਹਟਾ ਦਿੱਤਾ, ਅਸੀਂ ਗੁਰਬਾਣੀ ਦਾ ਆਸਰਾ ਲੈ ਕੇ ਫਿਰ ਦੁਬਾਰਾ ਆਪਣਾ ਧਿਆਨ ਨਿਰੰਕਾਰ ਵੱਲ ਲਾਉਣਾ ਹੈ। ਇਹ ਇਸੇ ਲਈ ਸੀ ਗੁਰਬਾਣੀ ਦਾ ਸਾਨੂੰ ਜਾਪ ਕਰਨ ਲਈ ਕਿਹਾ ਗਿਆ। ਹੁਣ ਗੁਰੂ ਨਾਨਕ ਸਾਹਿਬ ਜੀ ਨੇ ਪਰਮੇਸ਼ਵਰ ਦੇ ਨਾਮ ਨੂੰ ਜਾਣ ਕੇ ਸਮਝ ਕੇ ਉਹਦੇ ਪ੍ਰੇਮ ਵਿੱਚ ਐਸੀ ਲਿਵ ਆਪਣੀ ਲਾਈ, ਸੁਰਤ ਲਾਈ, ਔਰ ਉਸ ਸੱਚੇ ਨਾਮ ਦੀ ਭਗਤੀ ਗੁਰੂ ਨਾਨਕ ਸਾਹਿਬ ਜੀ ਨੇ ਆਪ ਕੀਤੀ ਹੈ। ਦਾਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿਨ ਸ਼ਬਦ ਸੁਰਤ ਕੀ ਨੀਵ ਰਖਾਈ। ਜੋ ਭੱਟ ਜੀ ਨੂੰ ਸਮਝ ਆ ਗਈ ਗੱਲ, ਭੱਟ ਕੀਰਤ ਜੀ ਦੇ ਰਾਹੀਂ ਕਿਤੇ ਸਾਨੂੰ ਵੀ ਗੱਲ ਸਮਝ ਆ ਜਾਏ। ਕਹਿੰਦੇ ਜਿਹੜੀ ਬਖਸ਼ਿਸ਼ ਗੁਰੂ ਨਾਨਕ ਸਾਹਿਬ ਜੀ ਨੇ ਭਗਤੀ ਕਰਕੇ ਪ੍ਰੇਮ ਲਿਵ ਲਾਈ ਦੀ ਅਵਸਥਾ ਬਣਾ ਕੇ ਬਖਸ਼ਿਸ਼ ਲਈ, ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ। ਗੁਰੂ ਨਾਨਕ ਸਾਹਿਬ ਕੀ ਨੇ? ਸਾਇਰ ਦਾ ਅਰਥ ਹੁੰਦਾ ਸਮੁੰਦਰ, ਸਾਗਰ, ਜਿਹੜਾ ਵਿਸ਼ਾਲ ਰੂਪ ਵਿੱਚ ਹੈ। ਨਦੀਆਂ ਬਹੁਤ ਨੇ, ਦਰਿਆ ਨਾਲੇ ਬਹੁਤ ਨੇ, ਇਹਨਾਂ ਸਾਰਿਆਂ ਦਾ ਚੱਲਣਾ ਕਿੱਧਰ ਹੈ? ਸਮੁੰਦਰ ਦੇ ਵੱਲ। ਸਾਰੇ ਜਿਹੜੇ ਨੇ ਇਹ ਸਮੁੰਦਰ ਵੱਲ, ਕਿਉਂਕਿ ਧਿਆਨ ਰੱਖਿਓ ਨਦੀਆਂ ਦਰਿਆਵਾਂ ਦਾ ਪਾਣੀ ਚੱਲਦਾ ਹੈ, ਸਮੁੰਦਰ ਦਾ ਪਾਣੀ ਨਹੀਂ ਚੱਲਦਾ, ਕਿਉਂਕਿ ਉਹ ਸਮੁੰਦਰ ਟਿਕਿਆ ਹੋਇਆ ਹੈ। ਜੇ ਚੱਲ ਰਿਹਾ ਹੈ ਤੇ ਨਦੀਆਂ ਦਰਿਆਵਾਂ ਦਾ ਪਾਣੀ ਚੱਲ ਰਿਹਾ ਹੈ। ਹੁਣ ਜਿੰਨੇ ਵੀ ਇਹ ਚੱਲ ਰਹੇ ਨੇ ਇਹ ਕਿੱਥੇ ਪਹੁੰਚਣਾ ਚਾਹੁੰਦੇ ਨੇ? ਸਮੁੰਦਰ ਦੇ ਵਿੱਚ। ਤੇ ਜਿਹੜਾ ਸਮੁੰਦਰ ਵਿੱਚ ਪਹੁੰਚ ਗਿਆ ਉਹ ਕੀ ਹੋਏਗਾ? ਆਪਣੀ ਹੋਂਦ ਨੂੰ ਮਿਟਾ ਕੇ ਸਮੁੰਦਰ ਦਾ ਹੀ ਰੂਪ ਹੋ ਜਾਏਗਾ। ਉਹਨੂੰ ਫਿਰ ਇਹ ਨਹੀਂ ਕਿਹਾ ਜਾਏਗਾ ਕਿ ਇਹ ਫਲਾਣੇ ਦਰਿਆ, ਇਹ ਫਲਾਣੀ ਨਦੀ, ਇਹ ਫਲਾਣਾ ਨਾਲਾ, ਉਹਦਾ ਨਾਮ ਹੀ ਮਿਟ ਜਾਏਗਾ। ਇੱਕੋ ਹੀ ਨਾਮ ਹੋਏਗਾ ਕਿ ਇਹ ਸਮੁੰਦਰ ਹੋ ਗਿਆ, ਕਿਉਂਕਿ ਉਹ ਸਮੁੰਦਰ ਵਿੱਚ ਸਮਾ ਗਿਆ।
ਨਦੀਆਂ ਅਤੇ ਵਾਹ ਪਵਹਿ ਸਮੁੰਦ ਨਾ ਜਾਣੀਐ। ਕਹਿੰਦੇ ਜਿਹੜੇ ਨਦੀਆਂ ਦੇ ਵੇਗ ਚੱਲਦੇ ਨੇ ਉਹ ਸਮੁੰਦਰ ਵਿੱਚ ਸਮਾ ਕੇ ਸਮੁੰਦਰ ਹੀ ਹੋ ਜਾਂਦੇ ਨੇ। ਜਿੰਨਾ ਚਿਰ ਉਹ ਸਮੁੰਦਰ ਵਿੱਚ ਨਹੀਂ ਸਮਾਏ ਉਹਨਾਂ ਦਾ ਨਾਮ ਹੈ, ਕੋਈ ਗੰਗਾ, ਕੋਈ ਜਮਨਾ, ਕੋਈ ਸਰਸਵਤੀ, ਕੋਈ ਜਿਹੜਾ ਇਹ ਸਤਲੁਜ ਹੈ, ਬੜੇ ਨਾਮ ਨੇ। ਪਰ ਇਹ ਉਨਾ ਚਿਰ ਨੇ ਜਿੰਨਾ ਚਿਰ ਸਮੁੰਦਰ ਤੋਂ ਅਲੱਗ ਨੇ। ਜਦੋਂ ਸਮੁੰਦਰ ਵਿੱਚ ਜਾ ਕੇ ਸਮਾ ਗਏ ਇਹਨਾਂ ਦਾ ਆਪਣਾ ਨਾਮ, ਇਹਨਾਂ ਦੀ ਆਪਣੀ ਹੋਂਦ ਖਤਮ ਹੈ। ਅਸੀਂ ਹਜੇ ਆਪਣੇ ਆਪਣੇ ਨਾਮਾਂ ਦੇ ਚੱਕਰ ਵਿੱਚ ਹੀ ਫਸੇ ਹੋਏ ਹਾਂ। ਇੱਥੇ ਆ ਕੇ ਜਦੋਂ ਅਸੀਂ ਗੁਰਬਾਣੀ ਵਿੱਚ ਆਪਣੀ ਸੁਰਤ ਨੂੰ ਜੋੜ ਲੈਣਾ ਤੇ ਇੱਥੇ ਫਿਰ ਸਾਡਾ ਆਪਣਾ ਕੋਈ ਨਾਮ ਨਹੀਂ ਹੋਏਗਾ। ਇੱਥੇ ਤੇ ਫਿਰ ਅਸੀਂ ਨਿਰੰਕਾਰ ਦੇ ਚਰਨਾਂ ਵਿੱਚ ਲੀਨ ਹੋ ਕੇ ਨਿਰੰਕਾਰ ਦਾ ਹੀ ਰੂਪ ਹੋ ਜਾਣਾ। ਕਿਉਂਕਿ ਪਹਿਲੇ ਉਹ ਗੁਣ ਚਾਹੀਦੇ ਨੇ। ਸਮੁੰਦਰ ਵਿੱਚ ਸਮਾਉਣ ਲਈ ਸਮੁੰਦਰ ਤੱਕ ਪਹੁੰਚ ਚਾਹੀਦੀ ਹੈ। ਸਮੁੰਦਰ ਵਿੱਚ ਸਮਾਉਣ ਲਈ ਸਮੁੰਦਰ ਵਰਗੇ ਗੁਣ ਚਾਹੀਦੇ ਨੇ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਇਸ ਲਈ ਕਹਿੰਦੇ ਨੇ ਭਾਈ ਲਹਿਣਾ ਜੀ ਆਏ। ਭਾਈ ਲਹਿਣਾ ਜੀ ਨੇ ਆ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜਨ ਦਾ ਅਭਿਆਸ ਕੀਤਾ। ਤਾਂ ਤੇ ਅੰਗਦ ਅੰਗ ਸੰਗ ਭਇਓ। ਫਿਰ ਭਾਈ ਲਹਿਣਾ ਜੀ ਨਾਨਕ ਜੀ ਦੇ ਅੰਗ ਨਾਲ ਲੱਗ ਕੇ ਅੰਗਦ ਦਾ ਰੂਪ ਜਿਹੜਾ ਉਹ ਬਣ ਗਏ, ਜਿਹਨੂੰ ਆਪਾਂ ਧੰਨ ਗੁਰੂ ਅੰਗਦ ਸਾਹਿਬ ਜੀ ਆਖਦੇ ਹਾਂ। ਕਿਉਂਕਿ ਭਇਓ ਸਾਇਰ, ਉਹ ਸਮੁੰਦਰ ਵਿੱਚ ਆ ਕੇ ਵਿਸ਼ਾਲ ਸਮੁੰਦਰ ਦਾ ਰੂਪ ਬਣ ਗਏ। ਤਿੰਨ ਸ਼ਬਦ ਸੁਰਤ ਕੀ ਨੀਂਵ ਰਖਾਈ। ਇਹਦੇ ਦੋ ਅਰਥ ਨੇ ਕਿ ਜਦੋਂ ਭਾਈ ਲਹਿਣਾ ਜੀ ਦੇ ਰੂਪ ਵਿੱਚ ਗੁਰੂ ਅੰਗਦ ਸਾਹਿਬ ਦਾ ਰੂਪ ਬਣਨ ਲਈ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਆਏ ਤੇ ਗੁਰੂ ਨਾਨਕ ਸਾਹਿਬ ਨੇ ਸ਼ਬਦ ਔਰ ਸੁਰਤ ਦੀ ਇੱਕ ਨੀਂਵ ਜਿਹੜੀ ਸੀ, ਨੀਂਹ ਜਿਹਨੂੰ ਕਹਿੰਦੇ ਆਪਾਂ, ਉਹ ਭਾਈ ਲਹਿਣਾ ਜੀ ਦੇ ਅੰਦਰ ਰੱਖ ਦਿੱਤੀ ਕਿ ਇਹਦੇ ਉੱਤੇ ਹੁਣ ਸਿੱਖੀ ਦਾ ਮਹਿਲ ਖੜਾ ਹੋਣਾ ਹੈ। ਕਿਉਂਕਿ ਨੀਹਾਂ ਭਰਾਂਗੇ ਤੇ ਤਾਂ ਹੀ ਉੱਤੇ ਜਿਹੜੀ ਹੈ ਅੱਗੇ ਉਸਾਰੀ ਹੋਣੀ ਹੈ, ਬਿਲਡਿੰਗ ਤਾਂ ਹੀ ਤਿਆਰ ਹੋਏਗੀ। ਕਹਿੰਦੇ ਜੇ ਨੀਹਾਂ ਭਰੀਆਂ ਹੋਣ, ਜੇ ਨੀਹਾਂ ਹੀ ਨਹੀਂ ਭਰੀਆਂ ਤੇ ਬਿਲਡਿੰਗ ਆਪਾਂ ਕਿੱਥੋਂ ਤਿਆਰ ਕਰ ਲਾਂਗੇ। ਸਭ ਤੋਂ ਪਹਿਲਾਂ ਤਾਂ ਸਾਨੂੰ ਨੀਹਾਂ ਤਿਆਰ ਕਰਨੀਆਂ ਪੈਣਗੀਆਂ। ਅਸੀਂ ਸਿੱਖੀ ਦੇ ਮਹਿਲ ਵਿੱਚ ਰਹਿਣਾ ਚਾਹੁੰਦੇ ਹਾਂ, ਪਰ ਮਾਫ ਕਰਨਾ ਨੀਹਾਂ ਤੇ ਕਮਜ਼ੋਰ ਕਰੀ ਜਾਂਦੇ ਹਾਂ। ਨੀਹਾਂ ਸਾਡੀਆਂ ਜਿਹੜੀਆਂ ਨੇ ਉਹ ਖੋਖਲੀਆਂ ਹੁੰਦੀਆਂ ਜਾ ਰਹੀਆਂ। ਸਾਡਾ ਬਚਪਨ ਕਿਸ ਪਾਸੇ ਤੁਰ ਰਿਹਾ। ਤੇ ਜਦੋਂ ਸਾਡੀਆਂ ਨੀਹਾਂ ਖੋਖਲੀਆਂ ਹੋ ਜਾਣਗੀਆਂ ਤੇ ਕੰਧਾਂ ਤੇ ਆਪੇ ਹੀ ਕਮਜ਼ੋਰ ਹੋਣਗੀਆਂ। ਫਿਰ ਸਾਡਾ ਜੋਬਨ ਵੇਖ ਲਓ ਕਿਸ ਪਾਸੇ ਤੁਰਿਆ ਹੋਇਆ। ਤੇ ਜੇ ਜੋਬਨ ਹੀ ਲੜ ਖੜਾਉਂਦਾ ਹੋਇਆ ਬਤੀਤ ਹੋਏਗਾ ਤੇ ਫਿਰ ਬੜੇਪੇ 'ਚ ਜਾ ਕੇ ਕੀ ਹਾਲ ਹੋਏਗਾ। ਛੱਤ ਤੇ ਫਿਰ ਡਿੱਗੇਗੀ ਡਿੱਗੇਗੀ। ਕਿਉਂਕਿ ਕੰਧਾਂ ਜਿਹੜੀਆਂ ਸੀ ਉਹ ਵੀ ਖੋਖਲੀਆਂ, ਨੀਹਾਂ ਵੀ ਖੋਖਲੀਆਂ, ਤੇ ਛੱਤ ਨੇ ਕਿੱਥੇ ਟਿਕਣਾ ਸੀ। ਫਿਰ ਬੜੇਪਾ ਵੀ ਫਿਸਲ ਗਿਆ। ਉਹ ਵੀ ਅੱਜ ਇੰਨੇ ਰੰਗਾਂ ਵਿੱਚ ਰੰਗਿਆ ਗਿਆ, ਪਤਾ ਹੀ ਨਹੀਂ ਲੱਗਦਾ ਕਿ ਇਹਦੇ ਉੱਤੇ ਜੋਬਨ ਹੈ ਕਿ ਇਹਦੇ ਉੱਤੇ ਬੜੇਪਾ। ਕਿਉਂਕਿ ਰੰਗ ਹੀ ਇੰਨੇ ਉਹਨੇ ਆਪਣੇ ਉੱਤੇ ਬਖੇਰ ਲਏ ਕਿ ਉਹ ਪਤਾ ਹੀ ਨਹੀਂ ਲੱਗਦਾ। ਸਾਰਾ ਢਾਂਚਾ ਹੀ ਜਿਹੜਾ ਸੀ ਉਹ ਸਾਡਾ ਇਸ ਫੈਸ਼ਨ ਵਿੱਚ, ਰੰਗ ਬਰੰਗੀ ਦੁਨੀਆ ਦੇ ਵਿੱਚ ਜਿਹੜਾ ਸੀ ਖੋਖਲਾ ਹੋਇਆ। ਪਰ ਗੁਰੂ ਨਾਨਕ ਸਾਹਿਬ ਜੀ ਨੇ, ਭਾਈ ਲਹਿਣਾ ਜੀ ਜਦੋਂ ਆਏ, ਕਹਿੰਦੇ ਆ ਮੈਂ ਸਿੱਖੀ ਦੀ ਨੀਂਵ ਤੇਰੇ ਅੰਦਰ ਰੱਖ ਦਿਆਂ। ਆ ਮੈਂ ਤੈਨੂੰ ਜਿਸ ਨਿਰਮਲ ਪੰਥ ਦਾ ਪਾਂਧੀ ਬਣਾਉਣਾ ਹੈ, ਉੱਥੇ ਪਹਿਲਾਂ ਤੇਰੀ ਸ਼ੁਰੂਆਤ ਜਿਹੜੀ ਹੈ ਉਹ ਨੀਂਵ ਰੱਖਣ ਦੀ ਕਰਨੀ ਹੈ। ਉਹ ਕਿਹੜੀ ਸੀ? ਸ਼ਬਦ ਸੁਰਤ ਕੀ ਨੀਂਵ ਰਖਾਈ। ਸ਼ਬਦ ਤੇ ਸੁਰਤ। ਬਸ ਧੰਨ ਗੁਰੂ ਨਾਨਕ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਤੱਕ ਸਫ਼ਰ ਕਰਦਿਆਂ ਹੋਇਆਂ ਆ ਦੋ ਚੀਜ਼ਾਂ ਨਹੀਂ ਅਸੀਂ ਕਦੇ ਛੱਡਣੀਆਂ, ਸ਼ਬਦ ਔਰ ਸੁਰਤ। ਕਿਉਂਕਿ ਇਹਨਾਂ ਦੋਵਾਂ ਨੂੰ ਲੈ ਕੇ ਹੀ ਆਪਾਂ ਚੱਲਣਾ ਹੈ। ਇੱਥੇ ਕਹਿੰਦੇ ਫਿਰ ਜਦੋਂ ਗੁਰੂ ਅੰਗਦ ਦੇਵ ਜੀ ਦਾ ਰੂਪ ਬਣੇ ਤਾਂ ਅੱਗੋਂ ਜੋ ਸਿੱਖਿਆ ਗੁਰੂ ਨਾਨਕ ਸਾਹਿਬ ਨੇ ਦਿੱਤੀ ਸੀ ਉਹੀ ਸਿੱਖਿਆ ਫਿਰ ਗੁਰੂ ਅੰਗਦ ਸਾਹਿਬ ਜੀ ਅੱਗੋਂ ਦਿੰਦੇ ਨੇ। ਉਹ ਵੀ ਅੱਗੋਂ ਉਸੇ ਤਰ੍ਹਾਂ ਦੀ ਨੀਂਵ ਰਖਾ ਰਹੇ ਨੇ। ਜਿਹੜੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣਾ ਜੀ ਤੋਂ ਕਰਵਾਈ, ਉਹੀ ਸ਼ੁਰੂਆਤ ਅੱਗੋਂ ਗੁਰੂ ਸਾਹਿਬ ਕਰਾਉਂਦੇ ਨੇ। ਉਹ ਸ਼ੁਰੂਆਤ ਕਿਹੜੀ, ਇਸੇ ਲਈ ਆਖਿਆ ਇਹਦੇ ਦੋ ਅਰਥ ਆਪਾਂ ਲੈ ਸਕਦੇ ਹਾਂ ਪੰਕਤੀ ਦੇ। ਇੱਕ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ ਦੇ ਅੰਦਰ ਸ਼ਬਦ ਸੁਰਤ ਦੀ ਜਿਹੜੀ ਆ ਉਹ ਨੀਂਵ ਰੱਖ ਕੇ ਤੇ ਸਿੱਖੀ ਦੀ ਸ਼ੁਰੂਆਤ ਕੀਤੀ। ਅੱਗੋਂ ਫਿਰ ਗੁਰੂ ਅੰਗਦ ਸਾਹਿਬ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਨੇ
ਫਿਰ ਅਗਾਂਹ ਵੀ ਜਿਹੜੀ ਹੈ ਉਹ ਸਿੱਖਿਆ ਜਿਹੜੀ ਹੈ ਸਿੱਖੀ ਦਾ ਬੂਟਾ ਅੱਗੇ ਵਧਾਉਣ ਲਈ ਜਾਂ ਨਿਰਮਲ ਪੰਥ ਨੂੰ ਅੱਗੇ ਚਲਾਉਣ ਵਾਸਤੇ ਸਤਿਗੁਰੂ ਨੇ ਵੀ ਜਿਹੜੀ ਹੈ ਉਹ ਸ਼ਬਦ ਤੇ ਸੁਰਤ ਦੀ ਨੀਂਹ ਰਖਾ ਕੇ ਸ਼ੁਰੂਆਤ ਕੀਤੀ ਕਿ ਜੇ ਸਿੱਖੀ ਦੇ ਮਾਰਗ ਤੇ ਤੁਰਨਾ ਹੈ, ਜੇ ਤੁਸੀਂ ਸਿੱਖਿਆਰਥੀ ਬਣਨਾ ਹੈ ਤਾਂ ਤੁਹਾਡੀ ਸ਼ੁਰੂਆਤ ਸ਼ਬਦ ਤੇ ਸੁਰਤ ਤੋਂ ਹੋਏਗੀ। ਜੇ ਸ਼ਬਦ ਤੇ ਸੁਰਤ ਤੋਂ ਸ਼ੁਰੂਆਤ ਨਾ ਹੋਈ ਫਿਰ ਤੁਸੀਂ ਸਿੱਖਿਆਰਥੀ ਨਹੀਂ ਬਣ ਸਕਦੇ। ਇਸ ਲਈ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਵੀ ਉਹੀ ਬਖਸ਼ਿਸ਼ਾਂ ਅੱਗੇ ਵਰਤਾਈਆਂ ਨੇ। ਆਪ ਸਮੁੰਦਰ ਦਾ ਜਦੋਂ ਰੂਪ ਹੋ ਗਏ ਫਿਰ ਤਿੰਨ ਸ਼ਬਦ ਸੁਰਤ ਕੀ ਨੀਂਹ ਰਖਾਈ। ਅੱਗੋਂ ਫਿਰ ਖਡੂਰ ਸਾਹਿਬ ਆ ਕੇ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਸ਼ਬਦ ਔਰ ਸੁਰਤ ਦੀ ਨੀਂਹ ਰੱਖ ਕੇ ਹਰ ਇੱਕ ਨੂੰ ਕਹਿੰਦੇ ਗੁਰੂ ਬਾਬੇ ਨਾਨਕ ਦੇ ਘਰ ਦਾ ਸਿੱਖ ਬਣਾ ਕੇ ਨਿਰੰਕਾਰ ਨਾਲ ਜੋੜਨ ਲਈ ਸ਼ੁਰੂਆਤ ਕਰਦੇ ਹਨ। ਗੁਰ ਅਮਰਦਾਸ ਕੀ ਅਕਥ ਕਥਾ ਹੈ, ਇਕ ਜਿਹੀ ਕਛ ਕਹੀ ਨਾ ਜਾਈ। ਹੁਣ ਜਿਹੜੀ ਬਖਸ਼ਿਸ਼ ਨਾਨਕ ਜੀ ਦੇ ਘਰੋਂ ਗੁਰੂ ਅੰਗਦ ਸਾਹਿਬ ਜੀ ਦੇ ਘਰ ਆਈ ਤੇ ਜਿਹੜੀ ਬਖਸ਼ਿਸ਼ ਗੁਰੂ ਅੰਗਦ ਦੇ ਮਹਾਰਾਜ ਦੇ ਘਰ ਆਈ, ਉਹੀ ਬਖਸ਼ਿਸ਼ ਅੱਗੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਝੋਲੀ ਵਿੱਚ ਪੈ ਗਈ। ਕਿਉਂਕਿ ਗੁਰੂ ਸਾਹਿਬ ਨੇ ਸਿੱਖਿਆ ਉਹੀ ਰੱਖੀ ਹੈ, ਮਾਰਗ ਉਹੀ ਹੈ, ਜਿਹੜੀ ਵਿਚਾਰਧਾਰਾ ਉਹੀ ਹੈ, ਉਹਨੂੰ ਬਦਲਿਆ ਨਹੀਂ। ਜੇ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਮਾਰਗ ਬਣਾ ਕੇ ਅੱਗੇ ਤੋਰਿਆ, ਇਹ ਨਹੀਂ ਕਿ ਉਹਨੂੰ ਉੱਥੇ ਹੀ ਰੋਕ ਕੇ ਤੇ ਅੱਗੋਂ ਨਵਾਂ ਰਸਤਾ ਬਣਾ ਲਿਆ, ਜਾਂ ਤੀਸਰੇ ਜਾਮੇ ਵਿੱਚ ਉਹਨੂੰ ਰੋਕ ਕੇ ਅੱਗੋਂ ਹੋਰ ਤੀਸਰਾ ਰਸਤਾ ਬਣਾ ਲਿਆ। ਨਹੀਂ, ਰਸਤਾ ਉਹੀ ਹੈ। ਕਹਿੰਦੇ ਉਸੇ ਰਸਤੇ ਉੱਤੇ ਤੁਰਦਿਆਂ ਹੋਇਆਂ ਅਗਾਂਹ ਤੋਂ ਅਗਾਂਹ ਕੜੀ ਜਿਹੜੀ ਹੈ ਉਹਨੂੰ ਜੋੜਦੇ ਨੇ। ਜਿਵੇਂ ਹੁਣ ਸੁਭਾਵਿਕ ਹੈ, ਜਿਹਨੂੰ ਜਿੱਦਾਂ ਸਿੱਖਿਆ ਮਿਲੀ ਹੋਏਗੀ ਉਹਨੇ ਅੱਗੋਂ ਵੀ ਸਿੱਖਿਆ ਉਦਾਂ ਦੀ ਦੇਣੀ ਹੈ। ਜਿੱਦਾਂ ਦਾ ਕਿਸੇ ਨੂੰ ਸਿਖਾਇਆ ਹੋਏਗਾ ਅੱਗੋਂ ਉਹਨੂੰ ਵੀ ਉਦਾਂ ਦਾ ਹੀ ਸਿਖਾਇਆ ਜਾਏਗਾ। ਹੁਣ ਮਾਫ ਕਰਨਾ, ਜਿਹੜਾ ਬੈਠਾ ਹੀ ਰਿਸ਼ਵਤ ਦੇ ਕੇ ਹੈ ਕਿ ਉਹ ਅੱਗੋਂ ਰਿਸ਼ਵਤ ਨਹੀਂ ਲਏਗਾ, ਕਿਉਂਕਿ ਉਹਨੂੰ ਪਿਛਾਂ ਵੀ ਜਿਹੜਾ ਸਿੱਖਿਆ ਹੀ ਦਿੱਤੀ ਗਈ ਕਿ ਤੂੰ ਰਿਸ਼ਵਤ ਦੇ ਕੇ ਇਸ ਤੱਕ ਕੁਰਸੀ ਨੂੰ ਮੱਲ ਸਕਦਾ ਹੈ। ਅੱਗੋਂ ਫਿਰ ਉਹ ਜਿਹੜਾ ਬੈਠੇਗਾ ਉਹ ਵੀ ਕਹੇਗਾ ਵੀ ਮੈਂ ਵੀ ਰਿਸ਼ਵਤ ਲੈਣੀ, ਅੱਗੋਂ ਫਿਰ ਉਹ ਵੀ ਲਏਗਾ। ਬਸ ਇਹ ਸਿਸਟਮ ਇਸ ਤਰ੍ਹਾਂ ਹੀ ਚੱਲਦਾ ਜਾਂਦਾ ਹੈ। ਭਾਵ ਜਿੱਦਾਂ ਦੀ ਸਿੱਖਿਆ ਮਿਲੀ ਹੋਏਗੀ ਅਸੀਂ ਉਸ ਤਰ੍ਹਾਂ ਦੇ ਹੀ ਰਾਹ ਉੱਤੇ ਤੁਰਾਂਗੇ। ਸਾਡਾ ਜੀਵਨ, ਸਾਡੀ ਸੋਚ, ਸਾਡੇ ਖਿਆਲ, ਸਾਡੀ ਵਿਚਾਰ ਵੀ ਅੱਗੋਂ ਉਸ ਤਰ੍ਹਾਂ ਦੀ ਹੀ ਹੋਵੇਗੀ। ਹੁਣ ਜਿਹੜੀ ਸਿੱਖਿਆ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਦੇ ਕੇ ਗੁਰੂ ਅੰਗਦ ਦੇਵ ਦਾ ਰੂਪ ਦਿੱਤਾ, ਉਹੀ ਸਿੱਖਿਆ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਦਿੰਦੇ ਨੇ। ਕਹਿੰਦੇ ਉਹਨਾਂ ਨੇ ਵੀ ਉਸੇ ਤਰ੍ਹਾਂ ਹੀ ਸ਼ਬਦ ਸੁਰਤ ਕੀ ਨੀਂਹ ਰਖਾਈ, ਅੰਦਰ ਨੀਂਹ ਰੱਖ ਦਿੱਤੀ ਕਿ ਸ਼ਬਦ ਤੇ ਸੁਰਤ ਦਾ ਸੁਮੇਲ ਕਰਕੇ ਅਭਿਆਸ ਕਰੋ, ਆਪਣੇ ਅੰਦਰ ਨੂੰ ਘੜਦੇ ਚੱਲੋ। ਜਿਸ ਦਿਨ ਘੜ ਗਏ ਅਮਰਦਾਸ ਜੀ ਗੁਰੂ ਅਮਰਦਾਸ ਮਹਾਰਾਜ ਦਾ ਰੂਪ ਬਣ ਗਏ, ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਮਾਲਕ ਬਣ ਗਏ। ਗੁਰ ਅਮਰਦਾਸ ਕੀ ਅਕਥ ਕਥਾ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਇੱਥੇ ਤੱਕ ਆਉਂਦਿਆਂ ਸਿੱਖੀ ਨੇ ਇੰਨਾ ਵਿਸ਼ਾਲ ਰੂਪ ਧਾਰ ਲਿਆ। ਕੁਝ ਕਰਮ ਕਾਂਡ ਇੱਥੇ ਆ ਕੇ ਖਤਮ ਹੋ ਗਏ, ਕੁਝ ਜਿਹੜੀਆਂ ਪੁਰਾਤਨ ਰੀਤੀ ਰਿਵਾਜ ਇੱਥੇ ਆ ਕੇ, ਬੇਲੋੜੇ ਰੀਤੀ ਰਿਵਾਜ ਇੱਥੇ ਆ ਕੇ ਖਤਮ ਹੋ ਗਏ, ਕੁਝ ਬੇਲੋੜੀਆਂ ਰਸਮਾਂ ਇੱਥੇ ਆ ਕੇ ਖਤਮ ਹੋ ਗਈਆਂ। ਤੁਸੀਂ ਗੋਇੰਦਵਾਲ ਸਾਹਿਬ ਆ ਕੇ ਸਿੱਖੀ ਦਾ ਧੁਰਾ ਬਣਾ ਕੇ ਜੋ ਬਖਸ਼ਿਸ਼ਾਂ ਵਰਤਾਈਆਂ, ਧੰਨ ਗੁਰੂ ਅਮਰਦਾਸ ਮਹਾਰਾਜ ਤੁਹਾਡੀ ਕਥਾ ਜਿਹੜੀ ਹੈ ਅਕਥ ਹੈ। ਅਕਥ ਦਾ ਅਰਥ ਹੁੰਦਾ ਸਾਡੇ ਕਥਨ ਤੋਂ ਬਾਹਰ ਹੈ। ਅਸੀਂ ਆਪਣੀ ਇਸ ਕਥਨੀ ਦੇ ਰਾਹੀਂ, ਬੋਲਾਂ ਦੇ ਰਾਹੀਂ ਗੁਰੂ ਅਮਰਦਾਸ ਪਾਤਸ਼ਾਹ ਤੁਹਾਡੇ ਜੀਵਨ ਬਾਰੇ ਕੀ ਬਿਆਨ ਕਰੀਏ, ਸਾਡੇ ਕੋਲੋਂ ਉਹ ਬਿਆਨ ਨਹੀਂ ਹੋ ਸਕਦਾ। ਕਿਉਂ? ਕਿਉਂਕਿ ਧੰਨ ਗੁਰੂ ਅਮਰਦਾਸ ਪਾਤਸ਼ਾਹ ਇੱਕ ਜਿਹੀ ਕਛ ਕਹੀ ਨਾ ਜਾਈ, ਇੱਕ ਜੀਵ ਨਾਲ ਤੁਹਾਡੇ ਬਹੁਤੇ ਗੁਣ ਬਿਆਨ ਨਹੀਂ ਹੋ ਸਕਦੇ ਨੇ। ਤਾਈ ਤੇ ਮੁਕਦੀ ਗੱਲ ਕੀਤੀ ਸੀ, ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਜਿੱਥੇ ਸਾਡੀ ਜ਼ੁਬਾਨ ਬਿਆਨ ਨਾ ਕਰ ਸਕੇ, ਕਥਨ ਨਾ ਕਰ ਸਕੇ, ਉਹਦਾ ਅੰਤ ਗੁਣਾਂ ਦਾ ਨਾ ਪਾਇਆ ਜਾ ਸਕੇ, ਉੱਥੇ ਹੱਥ ਜੋੜ ਕੇ ਇੱਕੋ ਹੀ ਗੱਲ ਕਹੀ ਜਾਂਦੀ ਹੈ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ,
ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਤੁਹਾਡੀ ਮਹਿਮਾ ਨੂੰ ਇੱਕ ਜੀਵ ਨਾਲ ਬਿਆਨ ਕੀਤਾ ਹੀ ਨਹੀਂ ਜਾ ਸਕਦਾ। ਇਸ ਲਈ ਭੱਟ ਕੀਰਤ ਜੀ ਕਹਿੰਦੇ ਜਿਹੜੀਆਂ ਬਖਸ਼ਿਸ਼ਾਂ ਗੁਰੂ ਅਮਰਦਾਸ ਪਾਤਸ਼ਾਹ ਦੇ ਘਰ 'ਚ ਆਈਆਂ, ਫਿਰ ਅੱਗੋਂ ਉਹਨਾਂ ਨੇ ਜਿਹੜੀਆਂ ਬਖਸ਼ਿਸ਼ਾਂ ਵਰਤਾਈਆਂ, ਗੁਰੂ ਅਮਰਦਾਸ ਪਾਤਸ਼ਾਹ ਤੁਹਾਡਾ ਜੀਵਨ ਇੰਨਾ ਕੁ ਬਖਸ਼ਿਸ਼ਾਂ ਨਾਲ ਭਰਪੂਰ ਹੈ ਕਿ ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜਿਹੀ ਕਛ ਕਹੀ ਨਾ ਜਾਈ। ਅਕਥ ਕਥਾ ਨੂੰ ਇੱਕ ਜੀਵ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ। ਸੋਢੀ ਸ੍ਰੇਸ਼ਟ ਸਕਲ ਤਾਰਨ ਕੋ, ਅਬ ਗੁਰ ਰਾਮਦਾਸ ਕੋ ਮਿਲੀ ਬੜਾਈ। ਹੁਣ ਧਿਆਨ ਰੱਖਣਾ, ਇਹ ਜਿਹੜੇ ਸਵਈਏ ਨੇ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਰਥਾਏ, ਪਰ ਭੱਟ ਕੀਰਤ ਜੀ ਨੇ ਕੈਸੇ ਕਮਾਲ ਦੀ ਬਣਤਰ ਬਣਾਈ। ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਸ਼ੁਰੂ ਕਰਕੇ ਗੁਰੂ ਰਾਮਦਾਸ ਜੀ ਤੱਕ ਲੈ ਕੇ ਆਏ। ਕਹਿੰਦੇ ਸੋਢੀ ਸ੍ਰਿਸ਼ਟ ਸਕਲ ਤਾਰਨ ਕਉ, ਸ੍ਰਿਸ਼ਟੀ ਦੇ ਜੀਆਂ ਨੂੰ ਤਾਰਨ ਵਾਸਤੇ, ਸ੍ਰਿਸ਼ਟੀ ਦੇ ਭਟਕੇ ਹੋਏ ਲੋਕਾਂ ਦਾ ਉਧਾਰ ਕਰਨ ਵਾਸਤੇ, ਤਪਦੀ ਹੋਈ ਸ੍ਰਿਸ਼ਟੀ ਨੂੰ ਠੰਡਾ ਠਾਰ ਕਰਨ ਵਾਸਤੇ, ਠਾਰਨ ਵਾਸਤੇ, ਇਹਨਾਂ ਜੀਆਂ ਦਾ ਉਧਾਰ ਕਰਨ ਵਾਸਤੇ ਸੋਢੀ। ਸੋਢੀ ਦਾ ਅਰਥ ਹੈ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ, ਜੋ ਸੋਢੀ ਵੰਸ਼ ਵਿੱਚ ਨੇ। ਗੁਰੂ ਸਾਹਿਬ ਜੀ ਨੂੰ ਇਸ ਸ੍ਰਿਸ਼ਟੀ ਦੇ ਜੀਆਂ ਨੂੰ ਤਾਰਨ ਵਾਸਤੇ ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ। ਜਿਹੜੀ ਵਡਿਆਈ ਭਾਈ ਲਹਿਣਾ ਜੀ ਨੂੰ ਮਿਲੀ ਗੁਰੂ ਨਾਨਕ ਸਾਹਿਬ ਦੇ ਘਰੋਂ, ਉਹੀ ਵਡਿਆਈ ਗੁਰੂ ਅਮਰਦਾਸ ਜੀ ਨੂੰ ਮਿਲੀ, ਤੇ ਉਹੀ ਵਡਿਆਈ ਅੱਜ ਗੁਰੂ ਅਮਰਦਾਸ ਜੀ ਨੇ ਧੰਨ ਗੁਰੂ ਰਾਮਦਾਸ ਜੀ ਦੀ ਝੋਲੀ ਵਿੱਚ ਪਾ ਦਿੱਤੀ। ਤੇ ਗੁਰੂ ਰਾਮਦਾਸ ਪਾਤਸ਼ਾਹ ਦਾ ਇਤਿਹਾਸ ਆਪਾਂ ਸਾਰੇ ਜਾਣਦੇ ਹਾਂ, ਔਰ ਬੜੀ ਵਾਰ ਆਪਾਂ ਪੜ੍ਹ ਵਿਚਾਰ ਵੀ ਚੁੱਕੇ ਹਾਂ ਕਿ ਗੁਰੂ ਰਾਮਦਾਸ ਜੀ ਦੀ ਝੋਲੀ ਵਿੱਚ ਜਿਸ ਦਿਨ ਗੁਰੂ ਅਮਰਦਾਸ ਜੀ ਨੇ ਇਹ ਸਾਰੀਆਂ ਵਡਿਆਈਆਂ ਪਾ ਕੇ ਕਿ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨੇ ਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰੇ, ਨੇ ਗੱਤਿਆਂ ਦੀ ਗੱਤ, ਨੇ ਪੱਤਿਆਂ ਦੀ ਪੱਤ, ਨੇ ਲੱਜਿਆਂ ਦੀ ਲੱਜ, ਇਹ ਸਾਰੀਆਂ ਬਖਸ਼ਿਸ਼ਾਂ ਜਿੱਦਨ ਝੋਲੀ ਵਿੱਚ ਪਾ ਕੇ ਤੇ ਆ ਸਤਿਗੁਰੂ ਨੂੰ ਚਵਰ ਛਤਰ ਤਖਤ ਦਾ ਮਾਲਕ ਬਣਾਇਆ। ਤੇ ਸੱਚ ਜਾਣਿਓ, ਜਿਹਦੀ ਉਮੀਦ ਨਾ ਹੋਵੇ ਤੇ ਉਮੀਦ ਨਾਲੋਂ ਵੱਧ ਬਖਸ਼ਿਸ਼ ਝੋਲੀ ਵਿੱਚ ਪੈ ਜਾਏ ਤਾਂ ਅਕਸਰ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ। ਕਿਉਂ? ਕਿਉਂਕਿ ਉਮੀਦ ਨਹੀਂ ਸੀ, ਉਮੀਦ ਤੋਂ ਵੱਧ ਬਖਸ਼ਿਸ਼ਾਂ ਝੋਲੀ ਵਿੱਚ ਪੈ ਗਈਆਂ ਤੇ ਫਿਰ ਅੱਖਾਂ ਵਿੱਚ ਹੰਝੂ ਆਏ ਤਾਂ ਰਸਨਾ ਤੇ ਬੋਲ ਆਏ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਸੱਚ ਜਾਣਿਓ, ਅੱਜ ਵੀ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਵਿਚਰਦੇ ਨੇ, ਪਰ ਇਹ ਹੈ ਵੀ ਸਾਨੂੰ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਅੰਮ੍ਰਿਤ ਬਾਣੀ ਦੇ ਨਾਲ ਭਾਵਨਾ ਨਾਲ ਜੁੜਨ ਦੀ ਜਾਚ ਆ ਜਾਏ। ਅੱਜ ਵੀ ਸਾਨੂੰ ਉਮੀਦ ਤੋਂ ਵੱਧ ਬਖਸ਼ਿਸ਼ਾਂ ਮਿਲਦੀਆਂ ਨੇ, ਪਰ ਲੋੜ ਹੈ ਜੁੜਨ ਦੀ ਭਾਵਨਾ ਦੇ ਨਾਲ। ਜਿਵੇਂ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਨਾਲ ਜੁੜ ਗਏ, ਜਿਵੇਂ ਅਮਰਦਾਸ ਜੀ ਗੁਰੂ ਅੰਗਦ ਦੇ ਪਾਤਸ਼ਾਹ ਨਾਲ ਜੁੜ ਗਏ, ਜਿਵੇਂ ਭਾਈ ਜੇਠਾ ਜੀ ਗੁਰੂ ਅਮਰਦਾਸ ਮਹਾਰਾਜ ਨਾਲ ਜੁੜ ਗਏ, ਤੇ ਸਾਰੀਆਂ ਬਖਸ਼ਿਸ਼ਾਂ ਜਿਹੜੀਆਂ ਨੇ ਉਹ ਪ੍ਰਾਪਤ ਕਰ ਲਈਆਂ। ਅੱਜ ਸਾਨੂੰ ਲੋੜ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨਾਲ ਜੁੜੀਏ। ਪਰ ਦੁਖਾਂਤ ਹੈ ਸਾਡਾ ਕਿ ਜਿਸ ਗੁਰੂ ਕੋਲੋਂ ਅਸੀਂ ਇਹ ਸਾਰੀਆਂ ਬਖਸ਼ਿਸ਼ਾਂ ਲੈਣੀਆਂ ਸੀ, ਅਸੀਂ ਤਾਂ ਉਸ ਗੁਰੂ ਦੇ ਵੀ ਅੰਗ ਖਿਲਾਰਨ ਤੋਂ ਨਹੀਂ ਡਰਦੇ। ਸਾਨੂੰ ਤਾਂ ਡਰ ਹੀ ਕੋਈ ਨਹੀਂ ਲੱਗਦਾ ਵੀ ਜਿਸ ਗੁਰੂ ਨੇ ਸਾਡੇ ਤੇ ਬਖਸ਼ਿਸ਼ਾਂ ਵਰਤਾਉਣੀਆਂ, ਸਾਡੇ ਦੁੱਖ ਕੱਟਣੇ, ਸਾਡੇ ਰੋਗ ਕੱਟਣੇ, ਸਾਡਾ ਜੰਮਣ ਮਰਨ ਕੱਟਣਾ ਹੈ, ਅਸੀਂ ਉਸੇ ਗੁਰੂ ਦੀ ਹੀ ਬੇਅਦਬੀ ਸੰਸਾਰ ਦੇ ਵਿੱਚ ਕਰਦੇ ਹਾਂ। ਵਾਹਿਗੁਰੂ ਸਾਨੂੰ ਸਮੱਤ ਬਖਸ਼ਣ। ਅਸੀਂ ਤਾਂ ਇਸ ਦਰ ਤੇ ਆ ਕੇ ਬੇਨਤੀਆਂ ਕਰਨੀਆਂ ਕਿ ਅਸੀਂ ਹਵਗਣਾ ਨਾਲ ਭਰੇ ਹਾਂ। ਬੜੇ ਕਮਾਲ ਦੀ ਬਣਤਰ ਭੱਟ ਕੀਰਤ ਜੀ ਨੇ ਕੀਤੀ। ਪਹਿਲਾਂ ਸਾਰੀ ਗੱਲ ਕੀਤੀ, ਫਿਰ ਹੱਥ ਜੋੜ ਕੇ ਖਲੋ ਜਾਣਾ ਕਿ ਅਸੀਂ ਅੰਦਰੋਂ ਅਵਗਣਾ ਨਾਲ ਭਰੇ, ਤੇ ਗੁਰੂ ਰਾਮਦਾਸ ਪਾਤਸ਼ਾਹ ਤੁਹਾਡਾ ਦਰ ਬਖਸ਼ਿਸ਼ਾਂ ਨਾਲ ਭਰਿਆ ਹੈ। ਕਿਤੇ ਇਸ ਦਰ ਤੋਂ ਇੱਕ ਬਖਸ਼ਿਸ਼ ਸਾਡੀ ਝੋਲੀ ਵਿੱਚ ਵੀ ਪੈ ਜਾਏ। ਹੁਣ ਇੱਥੇ ਕਹਿ ਰਹੇ ਨੇ ਕਿ ਸੋਢੀ ਵੰਸ਼ ਧੰਨ ਗੁਰੂ ਰਾਮਦਾਸ ਪਾਤਸ਼ਾਹ
ਅੱਜ ਸਾਰੀਆਂ ਵਡਿਆਈਆਂ ਜਿੰਨੀਆਂ ਵੀ ਗੁਰੂ ਨਾਨਕ ਸਾਹਿਬ ਦੇ ਘਰ ਦੀਆਂ ਸਨ, ਉਹ ਸਾਰੀਆਂ ਗੁਰੂ ਰਾਮਦਾਸ ਜੀ ਨੂੰ ਬਖਸ਼ ਦਿੱਤੀਆਂ। ਔਰ ਸਭ ਤੋਂ ਪਹਿਲਾਂ ਆਪ ਗੁਰੂ ਅਮਰ, ਦੇਖੋ ਗੁਰੂ ਅਮਰਦਾਸ ਪਾਤਸ਼ਾਹ ਅੱਗੇ ਸਾਰੀ ਦੁਨੀਆ ਆ ਕੇ ਨਿਭਦੀ ਹੈ, ਸਾਰੇ ਆ ਕੇ ਚਰਨਾਂ 'ਚ ਝੁਕਦੇ ਨੇ। ਪਰ ਅੱਜ ਗੁਰੂ ਅਮਰਦਾਸ ਜੀ ਉੱਠੇ ਤੇ ਉੱਠ ਕੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨੀ ਆਪਣਾ ਸੀਸ ਨਵਾ ਕੇ ਕਹਿੰਦੇ ਨੇ, ਅੱਜ ਤੋਂ ਗੁਰੂ ਨਾਨਕ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਦੇ ਤੁਸੀਂ ਮਾਲਕ ਹੋ। ਸਿਰਫ ਆਪ ਨਹੀਂ ਝੁਕੇ, ਆਪਣੇ ਪੁੱਤਰਾਂ ਨੂੰ ਵੀ ਆਖਿਆ ਵੀ ਉੱਠ ਕੇ ਅੱਜ ਤੋਂ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਝੁਕਣਾ। ਫਿਰ ਸਿੱਖਾਂ ਸੰਗਤਾਂ ਨੂੰ ਵੀ ਆਖਿਆ ਕਿ ਜਿੱਥੇ ਜਿੱਥੇ ਵੀ ਕੋਈ ਗੁਰੂ ਨਾਨਕ ਨਾਮ ਲੇਵਾ, ਸਿੱਖ ਸੰਗਤਾਂ ਵਸਦੀਆਂ, ਉਹ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਆ ਕੇ ਜੁੜਨਾ। ਸਭ ਤੋਂ ਪਹਿਲਾਂ ਕਹਿੰਦੇ ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸੈ ਪੈਰੀ ਪਾਏ ਜਿਉ। ਮੋਹਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜਿਹੜੇ ਪੁੱਤਰ ਨੇ, ਕਹਿੰਦੇ ਉੱਠ ਕੇ ਗੁਰੂ ਰਾਮਦਾਸ ਜੀ ਨੂੰ ਸੀਸ ਨਵਾਇਆ ਔਰ ਨਵਾ ਕੇ ਕਹਿੰਦੇ ਨੇ ਧੰਨ ਗੁਰੂ ਰਾਮਦਾਸ ਪਾਤਸ਼ਾਹ, ਕਹਿੰਦੇ ਨੇ ਬੈਠਾ ਸੋਢੀ ਪਾਤਸ਼ਾਹ। ਅੱਜ ਆ ਪਾਤਸ਼ਾਹ ਜਿਹੜਾ ਉਹ ਪਾਤਸ਼ਾਹਾਂ ਦੇ ਤਖਤ ਉੱਤੇ ਆ ਕੇ ਬਿਰਾਜਮਾਨ ਹੋ ਗਿਆ। ਇਸ ਲਈ ਗੁਰੂ ਅਮਰਦਾਸ ਜੀ ਨੇ ਸਾਰੀ ਸ੍ਰਿਸ਼ਟੀ ਨੂੰ ਤਾਰਨ ਵਾਸਤੇ, ਸ੍ਰਿਸ਼ਟੀ ਦੇ ਜੀਆਂ ਦਾ ਉਧਾਰ ਕਰਨ ਵਾਸਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਇਹ ਵਡਿਆਈ ਦਿੱਤੀ ਹੈ। ਔਰ ਇੱਕੋ ਇੱਕ ਘਰ ਹੈ ਪੂਰੀ ਦੁਨੀਆ ਵਿੱਚ, ਗੁਰੂ ਰਾਮਦਾਸ ਜੀ ਦਾ ਘਰ, ਜਿੱਥੇ ਹਰ ਧਰਮ, ਹਰ ਵਰਨ, ਹਰ ਮੁਲਕ ਦਾ ਪ੍ਰਾਣੀ ਆਉਣ ਵਾਸਤੇ ਮਨ ਵਿੱਚ ਭਾਵਨਾ ਰੱਖਦਾ ਹੈ। ਉਹ ਇਹ ਨਹੀਂ ਦੇਖਦਾ ਮੈਂ ਕਿਹੜੇ ਮੁਲਕ ਦਾ ਹਾਂ, ਉਹ ਇਹ ਨਹੀਂ ਦੇਖਦਾ ਮੈਂ ਕਿਹੜੇ ਧਰਮ ਦਾ, ਕਿਹੜੇ ਵਰਗ ਦਾ, ਕਿਹੜੀ ਜਾਤ ਦਾ, ਕਿਹੜੇ ਨਹੀਂ। ਉਹਨੂੰ ਪਤਾ ਹੈ ਕਿ ਜਿਸ ਦਿਨ ਧੰਨ ਗੁਰੂ ਰਾਮਦਾਸ ਜੀ ਦੇ ਘਰ ਵਿੱਚ ਆਇਆ, ਉਸ ਦਿਨ ਕਿਸੇ ਨੇ ਮੇਰੀ ਜਾਤ ਨਹੀਂ ਪੁੱਛਣੀ, ਕਿਸੇ ਨੇ ਮੇਰੀ ਗਰੀਬੀ ਬਾਰੇ ਨਹੀਂ ਪੁੱਛਣਾ, ਕਿਸੇ ਨੇ ਮੇਰੇ ਮੁਲਕ ਬਾਰੇ, ਮੇਰੀ ਬੋਲੀ, ਮੇਰੀ ਭਾਸ਼ਾ ਬਾਰੇ ਨਹੀਂ ਪੁੱਛਣਾ। ਬਸ ਇਹ ਦੇਖਣਾ ਵੀ ਇਹ ਗੁਰੂ ਰਾਮਦਾਸ ਜੀ ਦੇ ਘਰ ਵਿੱਚ ਆਇਆ ਹੈ। ਸਭ ਤੋਂ ਵੱਡੀ ਬਖਸ਼ਿਸ਼ ਜਿਹੜੀ ਵਰਤਦੀ ਹੈ, ਸ਼ਬਦ ਦਾ ਲੰਗਰ ਵੀ ਦਿਨ ਰਾਤ ਚੱਲ ਰਿਹਾ, ਨਾ ਦਿਨ ਨਾ ਰਾਤ, ਬਸ ਚੱਲ ਰਿਹਾ ਹੈ ਦਿਨ ਰਾਤ ਗੁਰਬਾਣੀ ਦਾ ਲੰਗਰ। ਤੇ ਗੁਰੂ ਰਾਮਦਾਸ ਜੀ ਦੇ ਘਰ ਵਿੱਚ ਅੰਨ ਦਾ ਲੰਗਰ ਵੀ ਦਿਨ ਰਾਤ ਚੱਲ ਰਿਹਾ। ਨਾ ਸ਼ਬਦ ਦੇ ਲੰਗਰ ਵਿੱਚ ਤੋਟ ਤੇ ਨਾ ਅੰਨ ਦੇ ਲੰਗਰ ਦੇ ਵਿੱਚ ਤੋਟ ਆਉਂਦੀ ਹੈ। ਐਸਾ ਵਿਸ਼ਾਲ ਘਰ ਧੰਨ ਗੁਰੂ ਰਾਮਦਾਸ ਜੀ ਦਾ ਹੈ, ਜਿੱਥੇ ਪੰਗਤ ਵਿੱਚ ਬੈਠਣ ਲੱਗਿਆਂ ਵੀ ਪੁੱਛਿਆ ਨਹੀਂ ਜਾਂਦਾ ਕਿ ਤੂੰ ਅਮੀਰ ਹੈ ਕਿ ਗਰੀਬ ਹੈ, ਜਿੱਥੇ ਪੰਗਤ ਵਿੱਚ ਬੈਠਣ ਲੱਗਿਆਂ ਵੀ ਪੁੱਛਿਆ ਨਹੀਂ ਜਾਂਦਾ ਕਿ ਤੂੰ ਕਿਹੜੇ ਧਰਮ ਦਾ ਤੇ ਕਿਹੜੇ ਵਰਗ ਦਾ ਹੈ। ਹਾਂ, ਕਈਆਂ ਦੇ ਮਨਾਂ 'ਚ ਗਲਤ ਫਹਿਮੀਆਂ ਨੇ, ਉਹ ਨਫ਼ਰਤ ਫੈਲਾਉਣਾ ਚਾਹੁੰਦੇ ਨੇ ਦੁਨੀਆ 'ਚ, ਨਫ਼ਰਤ ਫੈਲਾ ਕੇ ਇਸ ਵਿਸ਼ਾਲ ਘਰ ਨੂੰ ਢਾਉਣਾ ਚਾਹੁੰਦੇ ਨੇ। ਪਰ ਮਾਫ ਕਰਨਾ, ਉਹ ਆਪ ਦੁਨੀਆ ਤੋਂ ਢਹਿ ਗਏ, ਕਿਉਂਕਿ ਇਹ ਸਭ ਤੋਂ ਵੱਡਾ ਵਿਸ਼ਾਲ ਰੂਪ ਵਿੱਚ ਘਰ ਜੇ ਕਿਸੇ ਦਾ ਹੈ ਤੇ ਧੰਨ ਗੁਰੂ ਰਾਮਦਾਸ ਜੀ ਦਾ। ਆਪ ਜੀ ਨੇ ਇਤਿਹਾਸ ਸੁਣਿਆ ਹੋਇਆ ਹੈ ਕਿ ਜਿਸ ਦਿਨ ਗੁਰੂ ਅਮਰਦਾਸ ਮਹਾਰਾਜ ਜੀ ਆਪਣੇ ਬੱਚੀ ਦੇ ਵਿਆਹ ਦੀਆਂ ਗੱਲਾਂ ਕਰਦੇ ਨੇ, ਤਾਂ ਉਸ ਵੇਲੇ ਭਾਈ ਜੇਠਾ ਜੀ ਦੇ ਰੂਪ ਵਿੱਚ ਸਿਰ ਤੇ ਮਿੱਟੀ ਦੀ ਟੋਕਰੀ ਰੱਖੀ ਤੇ ਤੁਰੇ ਆਉਂਦੇ ਸਨ। ਤੇ ਫਿਰ ਮਾਤਾ ਜੀ ਨੇ ਗੱਲ ਕੀਤੀ ਵੀ ਆਪਣੇ ਧੀ ਵਾਸਤੇ ਹੁਣ ਵਰ ਲੱਭਣਾ ਸ਼ੁਰੂ ਕਰੀਏ। ਤੇ ਉਸ ਵੇਲੇ ਗੁਰੂ ਅਮਰਦਾਸ ਪਾਤਸ਼ਾਹ ਨੇ ਆਖਿਆ ਸੀ ਕਿ ਕਿਸ ਤਰ੍ਹਾਂ ਦਾ ਵਰ ਚਾਹੀਦਾ। ਠੀਕ ਹੈ, ਆਪਣੀ ਆਪਣੀ ਭਾਵਨਾ ਦੇ ਨਾਲ ਹਰ ਕਿਸੇ ਨੇ ਬਿਆਨ ਕੀਤਾ। ਕਹਿੰਦੇ ਵਰ ਚਾਹੀਦਾ ਕਿੱਦਾਂ ਦਾ। ਆਪਾਂ ਵੀ ਅੱਜ ਵੇਖਦੇ ਹਾਂ ਆਪਣੀਆਂ ਧੀਆਂ ਵਾਸਤੇ, ਅਸੀਂ ਕਹਿੰਦੇ ਆ ਵੀ ਮਕਾਨ ਚੰਗਾ ਹੋਣਾ ਚਾਹੀਦਾ, 4 ਪੈਸੇ ਹੋਣੇ ਚਾਹੀਦੇ ਆ, ਕੰਮ ਕਾਜ ਸੋਹਣਾ ਹੋਣਾ ਚਾਹੀਦਾ ਹੈ। ਤੇ ਜਿਹੜੇ ਭਾਵਨਾ ਵਾਲੇ ਨੇ ਉਹ ਕਹਿੰਦੇ ਬਸ ਉਹਦਾ ਜੀਵਨ ਚੰਗਾ ਹੋਣਾ ਚਾਹੀਦਾ, ਰੋਟੀ ਕੱਪੜਾ ਮਕਾਨ ਇਹ ਤੇ ਚੱਲਦਾ ਹੀ ਰਹਿਣਾ ਹੈ। ਅੰਦਰ ਚੰਗੇ ਗੁਣ, ਚੰਗਾ ਸੁਭਾਅ, ਚੰਗਾ ਆਚਰਣ, ਚੰਗਾ ਜੀਵਨ ਹੋਣਾ ਚਾਹੀਦਾ ਹੈ। ਤੇ ਮਾਫ ਕਰਨਾ, ਜਿਹੜੇ ਚੰਗਾ ਜੀਵਨ, ਚੰਗਾ ਆਚਰਣ, ਚੰਗੇ ਗੁਣ ਵੇਖਦੇ ਆ ਨਾ, ਉਹ ਰੋਟੀ ਕੱਪੜਾ ਮਕਾਨ ਨਹੀਂ ਵੇਖਦੇ। ਤੇ ਜਿਹੜਾ ਰੋਟੀ ਕੱਪੜਾ ਮਕਾਨ ਵੇਖਦੇ ਆ, ਉਹ ਅੰਦਰ ਦੇ ਚੰਗੇ ਜੀਵਨ, ਚੰਗਾ ਆਚਰਣ ਨਹੀਂ ਵੇਖਦੇ। ਉਹ ਕਹਿੰਦੇ ਮਕਾਨ ਬੜਾ ਸੋਹਣਾ ਹੈ, ਘਰ ਬੜਾ ਸੋਹਣਾ ਹੈ, ਪੈਸੇ 4 ਇਹਦੇ ਕੋਲ ਨੇ, ਰੋਟੀ ਵਧੀਆ ਖਾਂਦਾ ਹੈ, ਬਸ ਆਹ ਵੇਖ ਲੈਂਦੇ ਆ। ਪਰ ਸਭ ਤੋਂ ਜ਼ਰੂਰੀ ਹੈ ਅੰਦਰ ਦਾ ਆਚਰਣ ਵੇਖਣਾ, ਅੰਦਰ ਦੇ ਗੁਣ ਵੇਖਣੇ। ਤੇ ਇਹੀ ਸੁਭਾਵਕ ਗੱਲ ਚੱਲੀ
ਕਹਿੰਦੇ ਆ ਭਾਈ ਜੇਠਾ ਜਿਹੜਾ ਇਹ ਸਾਡੇ ਧੀ ਵਾਸਤੇ ਵਰ ਚੰਗਾ ਹੈ। ਕਹਿਣ ਲੱਗੇ ਹੋਵੇ ਸੁਭਾਅ ਇਦਾਂ ਦਾ ਹੀ, ਆਦਤਾਂ ਇਦਾਂ ਦੀਆਂ ਹੀ, ਆਚਰਣ ਜੀਵਨ ਇਸ ਤਰ੍ਹਾਂ ਦਾ ਹੀ ਮਿੱਠ ਬੋਲੜਾ ਹੋਣਾ ਚਾਹੀਦਾ ਹੈ, ਨਿਮਰਤਾ ਪਿਆਰ ਵਾਲਾ। ਪਰ ਜੇ ਦੇਖਿਆ ਜਾਏ ਤਾਂ ਰੋਟੀ ਕੱਪੜਾ ਮਕਾਨ ਇਹ ਚੀਜ਼ਾਂ ਜਿਹੜੀਆਂ ਨੇ ਚਿੰਤਤ ਕਰਦੀਆਂ। ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਹੱਸ ਕੇ ਮੁਸਕਰਾ ਕੇ ਕਿਹਾ ਸੀ, ਚਿੰਤਾ ਨਾ ਕਰ, ਦੁਨੀਆ ਦੇ ਵਿੱਚ ਜਿੰਨੇ ਪੜਦੇ ਇਹਦੇ ਘਰ ਕੱਜੇ ਜਾਣੇ ਨੇ, ਕਿਸੇ ਦੇ ਘਰ ਨਹੀਂ ਕੱਜੇ ਜਾਣੇ। ਜਿੰਨਾ ਇਹਦੇ ਘਰ ਦੇ ਵਿੱਚ ਅੰਨ ਦਾ ਲੰਗਰ ਤਿਆਰ ਹੋ ਕੇ ਛਕਾਇਆ ਜਾਣਾ, ਜਿੰਨਾ ਇਹਦੇ ਘਰ ਵਿੱਚ ਆਉਣ ਵਾਲਿਆਂ ਦੇ ਪੇਟ ਭਰਨੇ ਆ, ਦੁਨੀਆ 'ਚ ਕਿਸੇ ਦੇ ਘਰ ਵਿੱਚ ਨਹੀਂ ਭਰਨੇ। ਔਰ ਜਿੰਨਾ ਠਾਂ ਟਿਕਾਣਾ ਨਿਥਾਵੇਂ ਨੂੰ, ਨਿਆਸਰੇ ਨੂੰ ਆਸਰਾ ਮਿਲਣਾ, ਉਹ ਇਹਦੇ ਘਰ ਵਿੱਚ ਹੀ ਆ ਕੇ ਮਿਲਣਾ ਹੈ। ਇਹ ਬੋਲ ਸੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ। ਇਸੇ ਲਈ ਭੱਟ ਜੀ ਨੇ ਆਖਿਆ, ਕਹਿੰਦੇ ਉਹ ਸਾਰੀਆਂ ਬਖਸ਼ਿਸ਼ਾਂ ਸੋਢੀ ਸ੍ਰਿਸ਼ਟ ਸਕਲ ਤਾਰਨ ਕੋ, ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ। ਉਹ ਸਾਰੀ ਵਡਿਆਈਆਂ ਜਿਹੜੀਆਂ ਨੇ ਸ੍ਰਿਸ਼ਟੀ ਦੇ ਜੀਆਂ ਨੂੰ, ਨਿਆਸਰਿਆਂ ਨੂੰ ਆਸਰਾ ਦੇਣ ਲਈ, ਕਹਿੰਦੇ ਨੇ ਗਤੀਆਂ ਦੀ ਗੱਤ ਕਰਨ ਵਾਸਤੇ ਇੱਥੇ ਸਤਿਗੁਰੂ ਗੁਰੂ ਰਾਮਦਾਸ ਜੀ ਨੂੰ ਸਾਰੀਆਂ ਵਡਿਆਈਆਂ ਦਿੱਤੀਆਂ। ਹੁਣ ਗੁਰੂ ਰਾਮਦਾਸ ਜੀ ਨੂੰ ਵਡਿਆਈਆਂ ਮਿਲੀਆਂ ਤੇ ਆਪਾਂ ਕੀ ਕਰੀਏ? ਹੁਣ ਗੁਰੂ ਰਾਮਦਾਸ ਜੀ ਅੱਗੇ ਖਲੋ ਕੇ ਇੱਕ ਅਰਦਾਸ ਕਰੀਏ, ਕਿਉਂਕਿ ਅਰਦਾਸ ਦਾ ਮਤਲਬ ਹੈ ਅਰਜ਼, ਅੰਦਰ ਦੀ ਇੱਕ ਬੇਨਤੀ, ਅੰਦਰ ਦੀ ਇੱਕ ਹੂਕ ਨਿਕਲੇ, ਅੰਦਰ ਦੀ ਇੱਕ ਪੁਕਾਰ ਸਾਡੇ ਇਸ ਰਸਨਾ ਤੋਂ ਨਿਕਲੇ, ਇੱਕ ਦਰਦ ਬਣ ਕੇ ਅੰਦਰੋਂ ਆਵਾਜ਼ ਨਿਕਲੇ। ਪਰ ਉਹ ਅੰਦਰ ਦੀ ਪੀੜਾ, ਅੰਦਰ ਦਾ ਦਰਦ, ਅੰਦਰ ਦੀ ਅਵਸਥਾ ਨੂੰ ਅਰਦਾਸ ਵਿੱਚ ਤਾਂ ਹੀ ਬਿਆਨ ਕਰਾਂਗੇ ਜੇ ਸਾਨੂੰ ਆਪਣੇ ਆਪੇ ਦੀ ਸੋਝੀ ਹੋਏਗੀ। ਹਜੇ ਤੇ ਬੰਦਾ ਕਹਿੰਦਾ ਹੈ ਕਿ ਮੇਰੇ ਵਿੱਚ ਤਾਂ ਕੋਈ ਵੀ ਅਵਗਣ ਨਹੀਂ, ਕੋਈ ਬੁਰਾਈ ਨਹੀਂ, ਮੈਂ ਤੇ ਬਹੁਤ ਚੰਗਾ, ਮੈਂ ਤੇ ਪਤਾ ਨਹੀਂ ਕਿੰਨਿਆਂ ਦਾ ਭਲਾ ਕਰਦਾ, ਮੈਂ ਤੇ ਕਦੇ ਕਿਸੇ ਦਾ ਮਾੜਾ ਕਰਦਾ ਹੀ ਨਹੀਂ, ਮੇਰਾ ਤੇ ਦਿਲ ਬੜਾ ਸਾਫ਼ ਹੈ। ਅਕਸਰ ਸਾਨੂੰ ਇਹ ਭੁਲੇਖਾ ਪੈ ਜਾਂਦਾ, ਹੋ ਵੀ ਸਕਦਾ ਹੈ, ਪਰ ਅਕਸਰ ਇਹ ਭੁਲੇਖਾ ਹੀ ਹੁੰਦਾ ਹੈ। ਕਹਿੰਦੇ ਜਦੋਂ ਵੀ ਆਪਾਂ ਗੁਰੂ ਸਾਹਿਬ ਦੇ ਦਰ ਤੇ ਆਈਏ ਤੇ ਆ ਕੇ ਜਾਂ ਉੱਠਦਿਆਂ ਸਾਰ ਹੀ ਸਾਡੇ ਕੰਨਾਂ ਵਿੱਚ ਆਵਾਜ਼ ਪੈਂਦੀ ਹੈ, ਜਿਹੜੇ ਭੱਟ ਕੀਰਤ ਜੀ ਨੇ ਅਗਲਾ ਸਵਈਆ ਉਚਾਰਨ ਕਰਨਾ। ਪਹਿਲੇ ਅਰਦਾਸ ਦੇ ਅਰਥ ਆਪਾਂ ਸਮਝ ਲਈਏ। ਐੜੇ ਦਾ ਅਰਥ ਹੈ ਉਹਦੇ ਅੱਗੇ ਅਰਦਾਸ ਕਰੀ, ਜਿਹੜਾ ਕਦੇ ਨਾਸ਼ ਨਹੀਂ ਹੁੰਦਾ। ਅਰਦਾਸ ਦਾ ਦੂਜਾ ਰਾਰਾ ਅੱਖਰ ਕਹਿੰਦਾ ਉਹਦੇ ਅੱਗੇ ਅਰਦਾਸ ਕਰੀ, ਜਿਹਦੇ ਘਰ ਵਿੱਚ ਸਦਾ ਰਹਿਮਤਾਂ ਵਰਤਦੀਆਂ ਨੇ, ਜਿਸ ਘਰ ਦੇ ਵਿੱਚ ਸਦਾ ਵਡਿਆਈਆਂ ਤੇ ਬਖਸ਼ਿਸ਼ਾਂ ਵਰਤਦੀਆਂ ਨੇ। ਕਹਿੰਦੇ ਉਹਦੇ ਅੱਗੇ ਖਲੋ ਕੇ ਅਰਦਾਸ ਕਰੀ, ਜਿਹੜਾ ਸਾਰੀਆਂ ਬਖਸ਼ਿਸ਼ਾਂ ਦਾ ਦਾਤਾ ਹੈ, ਜਿਹਦੇ ਕੋਲ ਸਾਰੀਆਂ ਬਖਸ਼ਿਸ਼ਾਂ ਦੀ, ਰਹਿਮਤਾਂ ਦੀ ਜ਼ਿੰਮੇਵਾਰੀ ਹੈ। ਕਿਉਂਕਿ ਜਿਹਦੇ ਕੋਲ ਦਾਤਾਂ ਹੋਣਗੀਆਂ ਉਹੀ ਅੱਗੋਂ ਦਾਤਾਂ ਦੇਗਾ। ਤੇ ਗੁਰੂ ਰਾਮਦਾਸ ਜੀ ਨੂੰ ਸਾਰੀਆਂ ਵਡਿਆਈਆਂ ਮਿਲ ਗਈਆਂ, ਇਸ ਲਈ ਤੂੰ ਉਸ ਦਾਤੇ ਅੱਗੇ ਅਰਦਾਸ ਕਰੀ ਤੇ ਉਹਦੇ ਅੱਗੇ ਅਰਦਾਸ ਕਰੀ। ਸੱਸਾ ਕਹਿੰਦਾ ਉਹ ਸੱਜਣ ਸੱਚਾ ਹੈ, ਤੇਰੇ ਦੁੱਖ ਔਰ ਸੁੱਖ ਵਿੱਚ ਤੇਰੇ ਨਾਲ ਖਲੋਣ ਵਾਲਾ ਹੈ, ਹਰ ਵੇਲੇ ਤੇਰਾ ਸਾਥ ਦੇ ਕੇ ਤੇਰੇ ਅੰਗ ਸੰਗ ਰਹਿਣ ਵਾਲਾ ਹੈ। ਸੱਸੇ ਦਾ ਅਰਥ ਹੈ ਸੱਜਣ ਸੱਚਾ, ਪਾਤਸ਼ਾਹ ਸਿਰਸ਼ਾਂ ਹਾਂਦੇ ਸ਼ਾਹ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵੈਸਾਓ। ਸੱਸੇ ਦਾ ਅਰਥ ਹੈ ਗੁਰ ਮੇਰੇ ਸੰਗ ਸਦਾ ਹੈ ਨਾਲੇ, ਉਹ ਹਰ ਵੇਲੇ ਤੇਰੇ ਅੰਗ ਸੰਗ ਰਹਿ ਕੇ ਤੇਰਾ ਦੁੱਖ ਸੁੱਖ ਵਿੱਚ ਸਾਥ ਦੇਣ ਵਾਲਾ। ਕਿਉਂਕਿ ਦੁਨੀਆ ਦੀ ਹਾਲਤ ਹੈ ਕਿ ਸੁੱਖ ਵੇਲੇ ਤਾਂ ਸਾਥ ਮਿਲਦਾ ਪਰ ਦੁੱਖ ਵੇਲੇ ਨਹੀਂ। ਕਹਿੰਦੇ ਨੇ ਜਦੋਂ ਕੋਈ ਜੀਵਨ 'ਚ ਮੁਸੀਬਤ ਮੁਸ਼ਕਲ ਦੀ ਘੜੀ ਨਹੀਂ ਹੁੰਦੀ, ਉਦੋਂ ਤਾਂ ਜਿਹੜਾ ਨਹੀਂ ਜਾਣਦਾ ਉਹ ਵੀ ਬੁਲਾ ਕੇ ਜਾਂਦਾ ਹੈ। ਤੇ ਜਦੋਂ ਜੀਵਨ ਵਿੱਚ ਕੋਈ ਵਿਪਤਾ ਆ ਜਾਏ, ਕੋਈ ਮੁਸ਼ਕਲ ਦੀ ਘੜੀ ਆ ਜਾਏ, ਤੇ ਜਿਹੜੇ ਬੁਲਾਉਣ ਵਾਲੇ ਨੇ ਉਹ ਵੀ ਮੂੰਹ ਫੇਰ ਕੇ ਚਲੇ ਜਾਂਦੇ ਨੇ। ਕਿਉਂ? ਕਿਉਂਕਿ ਇਹਦੀ ਮੁਸੀਬਤ ਕਿਤੇ ਸਾਡੇ ਗਲ ਨਾ ਪੈ ਜਾਏ। ਆਮ ਤੌਰ ਤੇ ਐਸਾ ਹੁੰਦਾ ਹੈ, ਕਿਉਂਕਿ ਗੁਰਬਾਣੀ ਦਾ ਫੈਸਲਾ ਹੈ ਕਿ ਦੁਨੀਆ ਸੁੱਖ ਵੇਲੇ ਆ ਕੇ ਬੈਠਦੀ ਹੈ, ਦੁੱਖ ਵੇਲੇ ਆਪਣੇ ਵੀ ਕਈ ਵਾਰ ਮੂੰਹ ਮੋੜ ਜਾਂਦੇ ਨੇ। ਪ੍ਰੀਤਮ ਜਾਣ ਲਿਓ ਮਨ ਮਾਹੀ, ਆਪਣੇ ਸੁੱਖ ਸਿਓ ਹੀ ਜਗ ਫਾਂਦਿਓ, ਕੋ ਕਾਹੂ ਕੋ ਨਹੀਂ। ਪਰ ਇੱਥੇ ਕਹਿ ਰਹੇ ਨੇ ਕਿ ਜਿਹਦੇ ਅੱਗੇ ਤੁਸੀਂ ਅਰਦਾਸ ਕਰਨੀ ਹੈ ਉਹ ਤੁਹਾਡੇ ਦੁੱਖ ਵਿੱਚ ਵੀ ਹੈ, ਤੁਹਾਡੇ ਸੁੱਖ ਵਿੱਚ ਵੀ ਹੈ। ਤਾਂ ਹੀ ਤੇ ਭਰੋਸੇ, ਅਰਦਾਸ ਭਰੋਸੇ ਦੀ ਹੁੰਦੀ ਹੈ, ਅਰਦਾਸ ਵਿਸ਼ਵਾਸ ਤੇ ਹੁੰਦੀ ਹੈ। ਤੇ ਜੇ ਸਾਡਾ ਭਰੋਸਾ ਹੀ ਨਹੀਂ ਤੇ ਫਿਰ ਜਿੰਨੇ ਮਰਜ਼ੀ ਅਰਦਾਸ ਕਰੀ ਜਾਈਏ। ਮੈਂ ਤਾਣ ਦੇਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ
ਮੈਂ ਹੋਰ ਥਾਉ ਨਹੀਂ ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁਖ ਤੁਝ ਹੀ ਪਾਸ। ਹੁਣ ਭੱਟ ਜੀ ਕਹਿ ਰਹੇ ਨੇ ਕਿ ਸਾਰੀਆਂ ਵਡਿਆਈਆਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਮਿਲ ਗਈਆਂ ਨੇ। ਹੁਣ ਸਾਡੇ ਲਈ ਸੋਢੀ ਪਾਤਸ਼ਾਹ, ਸੋਢੀ ਸੁਲਤਾਨ, ਧੰਨ ਗੁਰੂ ਨਾਨਕ ਸਾਹਿਬ ਦਾ ਰੂਪ, ਆਪ ਅਕਾਲ ਪੁਰਖ ਪਰਮੇਸ਼ਵਰ ਦਾ ਰੂਪ ਧੰਨ ਗੁਰੂ ਰਾਮਦਾਸ ਜੀ ਨੇ। ਇਸ ਲਈ ਆਓ ਪਿਆਰ ਨਾਲ ਭਿੱਜ ਕੇ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਇਹ ਬੇਨਤੀਆਂ ਕਰੀਏ ਜੀ। ਹਮ ਅਵਗੁਣ ਪਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਇਹ ਹੈ ਸਾਡੀ ਅਸਲ ਬੇਨਤੀ ਕਿ ਮਾਲਕ ਜੀ ਤੁਹਾਡੇ ਦਰ ਤੇ ਆਏ ਹਾਂ, ਸਤਿਗੁਰ ਆਇਓ ਸ਼ਰਨ ਤੁਹਾਰੀ, ਤੁਹਾਡੀ ਸ਼ਰਨ ਵਿੱਚ ਆਏ ਹਾਂ ਕਿਉਂਕਿ ਅਸੀਂ ਅਵਗੁਣ ਨਾਲ ਭਰੇ ਹੋਏ ਹਾਂ। ਸਾਡੇ ਵਿੱਚ ਇੱਕ ਵੀ ਗੁਣ ਨਹੀਂ ਜਿਹਦੇ ਸਦਕੇ ਅਸੀਂ ਤੁਹਾਡੇ ਨਾਲ ਗੱਲ ਕਰ ਸਕੀਏ, ਤੁਹਾਡੇ ਕੋਲੋਂ ਕੁਝ ਮੰਗ ਸਕੀਏ, ਕਿਹਦੇ ਸਹਾਰੇ ਮੰਗੀਏ, ਇੱਕ ਵੀ ਗੁਣ ਪੱਲੇ ਨਹੀਂ। ਅੰਦਰ ਭਾਂਡਾ ਅਵਗੁਣਾਂ ਨਾਲ ਭਰਿਆ ਪਿਆ। ਇਹ ਪਤਾ ਕਦੋਂ ਪਤਾ ਲੱਗੇਗਾ? ਜਦੋਂ ਆਪ ਨੜੈ ਗਿਰੀਵਾਨ ਮੈਂ ਸਿਰ ਨੀਵਾਂ ਕਰਦੇ। ਹਜੇ ਤਾਂ ਸਿਰ ਨੀਵਾਂ ਹੁੰਦਾ ਹੀ ਨਹੀਂ, ਹਜੇ ਤਾਂ ਆਪਣੇ ਭਾਂਡੇ ਵਿੱਚ ਝਾਤੀ ਵੱਜਦੀ ਨਹੀਂ, ਹਜੇ ਤੇ ਦੂਜਿਆਂ ਦੇ ਭਾਂਡਿਆਂ 'ਚ ਝਾਤੀਆਂ ਵੱਜ ਰਹੀਆਂ ਨੇ। ਕਿਉਂਕਿ ਦੂਜਿਆਂ ਨੂੰ ਵੇਖਣਾ, ਸਮਝਣਾ, ਸੁਣਨਾ ਬੜਾ ਸੌਖਾ ਹੈ, ਆਪਣੇ ਆਪ ਨੂੰ ਸਮਝਣਾ ਸੁਣਨਾ ਬੜਾ ਔਖਾ ਹੈ। ਤੁਸੀਂ 2-2 4-4 ਘੰਟੇ ਦੂਜਿਆਂ ਦੀਆਂ ਬੁਰਾਈਆਂ ਕਰ ਸਕਦੇ ਹੋ, ਸੁਣ ਸਕਦੇ ਹੋ, ਪਰ ਆਪਣੀ 1 ਮਿੰਟ ਵੀ ਬੁਰਾਈ ਨਹੀਂ ਕਰ ਸਕਦੇ। ਆਪਣੀ ਬੁਰਾਈ 1 ਮਿੰਟ ਵੀ ਤੁਸੀਂ ਨਹੀਂ ਸੁਣ ਸਕਦੇ। ਉਸੇ ਵੇਲੇ ਕ੍ਰੋਧ ਆ ਜਾਏਗਾ, ਉਸੇ ਵੇਲੇ ਅੱਗ ਬਬੂਲੇ ਹੋ ਜਾਓਗੇ ਵੀ ਤੂੰ ਮੈਨੂੰ ਕੌਣ ਹੁੰਨਾ ਇਹ ਕਹਿਣ ਵਾਲਾ, ਪਰ 2 ਘੰਟੇ ਹੋ ਗਏ ਤੂੰ ਦੂਜਿਆਂ ਦੀ ਬੁਰਾਈ ਕਰੀ ਜਾਂਦਾ ਸੀ। ਮਾੜੀ ਜਿਹੀ ਬੁਰਾਈ ਕੀਤੀ ਤੇ ਕ੍ਰੋਧ ਆ ਗਿਆ, ਕਿਉਂਕਿ ਆਪਣੀ ਬੁਰਾਈ ਸੁਣਨੀ ਬੜੀ ਔਖੀ ਹੈ। ਆਪਣੇ ਅੰਦਰ ਜਦੋਂ ਝਾਤ, ਗੁਰੂ ਸਾਹਿਬ ਕਹਿੰਦੇ ਤੂੰ ਦੂਜਿਆਂ ਦੇ ਘਰਾਂ ਵਿੱਚ ਝਾਤੀ ਮਾਰਨ ਦੀ ਬਜਾਏ ਆਪ ਨੜੈ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਜਦੋਂ ਆਪਣੇ ਅੰਦਰ ਜੀਵਨ ਵਿੱਚ ਝਾਤ ਮਾਰੀ, ਆਪਣਾ ਆਚਰਣ ਵੇਖਿਆ ਤੇ ਕੀ ਨਜ਼ਰ ਆਇਆ? ਸਭ ਅਵਗੁਣ ਮੈਂ ਗੁਣ ਨਹੀਂ ਕੋਈ। ਇੰਨੇ ਅਵਗੁਣ ਭਰੇ ਪਏ ਨੇ, ਇੱਕ ਵੀ ਗੁਣ ਮੇਰੇ ਪੱਲੇ ਨਹੀਂ, ਤੇ ਮੈਂ ਬਾਹਰੋਂ ਛਾਲਾਂ ਮਾਰਦਾ, ਉਡਾਰੀਆਂ ਮਾਰਦਾ ਕਿ ਮੈਂ ਬੜਾ ਚੰਗਾ, ਬੜਾ ਚੰਗਾ, ਬੜੇ ਮੇਰੇ ਵਿੱਚ ਗੁਣ। ਪਰ ਹੁਣ ਪਤਾ ਲੱਗਾ, ਮੋਰ ਕਹਿੰਦਾ ਮੈਂ ਸੋਹਣਾ ਬੜਾ ਸੋਹਣਾ, ਮੈਂ ਇੰਨੇ ਸੋਹਣੇ ਮੇਰੇ ਪਰ ਖੰਭ ਨੇ ਕਿ ਦੇਖਣ ਵਾਲਾ ਦੇਖਦਾ ਰਹਿ ਜਾਂਦਾ ਹੈ, ਪਰ ਜਦੋਂ ਕਿਤੇ ਆਪਣੇ ਪੈਰਾਂ ਵੱਲ ਵੇਖੇ ਤੇ ਰੋਣ ਲੱਗ ਜਾਂਦਾ ਹੈ। ਆਹੀ ਹਾਲਤ ਸਾਡੀ ਹੈ। ਅਸੀਂ ਬਾਹਰੋਂ ਬੜੇ ਸੁੰਦਰ ਦਿਸ ਰਹੇ ਹਾਂ, ਬਾਹਰੋਂ ਚਮਕ ਦਮਕ ਸਾਡੀ ਕਹਿੰਦੀ ਹੈ ਬੜਾ ਚੰਗਾ ਹੈ, ਪਰ ਜਿਸ ਦਿਨ ਸਾਡੇ ਅੰਦਰ ਆਚਰਣ ਤੇ ਨਜ਼ਰ ਪੈ ਗਈ ਨਾ, ਸੱਚ ਜਾਣੇ ਉਸ ਦਿਨ ਰੋਣ ਤੋਂ ਸਿਵਾ ਕੁਝ ਨਹੀਂ ਰਹਿ ਜਾਣਾ। ਉਸ ਦਿਨ ਰੋਵਾਂਗੇ ਕਿ ਮੈਂ ਅੰਦਰ ਇੰਨੀਆਂ ਬੁਰਾਈਆਂ, ਇੰਨੇ ਅਵਗੁਣਾਂ ਨਾਲ ਭਰਿਆ, ਤੇ ਬਾਹਰੋਂ ਮੈਂ ਸੁੰਦਰਤਾ ਦਾ ਵਿਖਾਵਾ ਕਰਕੇ ਦੁਨੀਆ ਨੂੰ ਕਹਿਣਾ ਬੜਾ ਚੰਗਾ। ਅੱਜ ਪਤਾ ਲੱਗਾ ਕਿ ਮੇਰੀ ਹਾਲਤ ਤਾਂ ਉਸ ਕਹਿ ਦੇ ਭਾਂਡੇ ਦੀ ਤਰ੍ਹਾਂ ਹੈ। ਉਜਲ ਕਹਿਆ ਚਿਲਕਣਾ ਘੋਟਮ ਕਾਲੜੀ ਮਸ, ਜਿਹਨੂੰ ਜਿੰਨਾ ਰਗੜੋਗੇ ਅੰਦਰੋਂ ਕਾਲਖ ਨਿਕਲੇਗੀ, ਪਰ ਬਾਹਰੋਂ ਵੇਖੋਗੇ ਤੇ ਬੜਾ ਚਮਕਦਾ ਲਿਸ਼ਕਦਾ। ਅਸੀਂ ਵੀ ਬਾਹਰੋਂ ਲਿਸ਼ਕਦੇ ਚਮਕਦੇ ਹਾਂ, ਪਰ ਅੰਦਰ ਅਵਗੁਣਾਂ ਦੀ ਕਾਲਖ ਭਰੀ ਪਈ ਹੈ। ਫਿਰ ਜਦੋਂ ਆਪਣੇ ਅੰਦਰ ਝਾਤੀ, ਦੇਖੋ ਕਿਸੇ ਨੂੰ ਨਹੀਂ ਕਹਿ ਰਹੇ ਇੱਥੇ, ਆਪਾਂ ਆਪਣੀ ਆਪਣੀ ਅਰਦਾਸ ਕਰਨੀ ਹੈ। ਇਹ ਜਿਹੜੇ ਬੋਲ ਨੇ ਨਾ, ਇਹ ਸਾਰਿਆਂ ਨੇ, ਜਿੱਥੋਂ ਤੱਕ ਵੀ ਆਵਾਜ਼ ਜਾਂਦੀ ਹੈ, ਇਹ ਅਸੀਂ ਆਪਣੇ, ਮੇਰੇ ਸਮੇਤ ਆਪਾਂ ਸਾਰਿਆਂ ਨੇ ਗੁਰੂ ਰਾਮਦਾਸ ਪਾਤਸ਼ਾਹ, ਗੁਰੂ ਗ੍ਰੰਥ ਸਾਹਿਬ ਜੀ ਅੱਗੇ ਖਲੋ ਕੇ ਸਾਰਿਆਂ ਨੇ ਆਪਣੇ ਆਪਣੇ ਵੱਲੋਂ ਕਹਿਣਾ ਕਿ ਮਹਾਰਾਜ ਜਦੋਂ ਝਾਤੀ ਮਾਰੀ, ਝਾਤੀ ਕਿੱਦਾਂ ਵੱਜੇਗੀ? ਜਦੋਂ ਗੁਰਬਾਣੀ ਦੀ ਰੋਸ਼ਨੀ ਕਰਾਂਗੇ। ਗੁਰਬਾਣੀ ਦੀ ਰੋਸ਼ਨੀ ਵਿੱਚ ਆਪਣਾ ਆਪਾ ਵੇਖਿਆ ਤਾਂ ਸਮਝ ਆਈ, ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ। ਨਾ ਮੈਂ ਰੂਪ ਨਾ ਬੰਕੇ ਨੈਣਾ, ਨਾ ਕੁਲ ਢੰਗ ਨਾ ਮੀਠੇ। ਮੇਰੇ ਪੱਲੇ ਹੈ ਹੀ ਕੋਈ ਨਹੀਂ ਤੇ ਮੈਂ ਕੰਤ ਨੂੰ ਕਿਵੇਂ ਮਿਲ ਲਵਾਂ? ਮੇਰੇ ਵਿੱਚ ਤਾਂ ਗੁਣ ਹੀ ਨਹੀਂ। ਇੰਨੇ ਅਵਗੁਣ ਨੇ, ਹੈਰਾਨੀ ਹੋ ਰਹੀ ਹੈ। ਹਮਰੇ ਅਵਗੁਣ ਬਹੁਤ ਬਹੁਤ, ਕਹਿੰਦੇ ਬੜੇ ਅਵਗੁਣ ਨੇ। ਬਾਰ-ਬਾਰ ਗਿਣਦਿਆਂ ਵੀ ਗਿਣਤੀ ਗਲਤ ਹੋ ਜਾਂਦੀ ਹੈ। ਇੱਕ ਵਾਰੀ ਗਿਣੇ ਤਾਂ 100, ਦੂਜੀ ਵਾਰੀ ਗਿਣੇ ਤਾਂ 150, ਤੀਜੀ ਵਾਰੀ ਗਿਣੇ ਤਾਂ 500,
ਚੌਥੀ ਵਾਰੀ ਗਿਣੇ ਤਾਂ 1000, ਜਦੋਂ 6ਵੀਂ ਵਾਰੀ ਗਿਣੇ ਤੇ ਪਤਾ ਫਿਰ ਕੀ ਸਮਝ ਆਈ? ਫਿਰ ਸਮਝ ਆਈ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਅਵਗਣ ਹਮਾਰੇ। ਹੁਣ ਤੇ ਇਹ ਸਮਝ ਆ ਗਈ ਵੀ ਜਿੰਨਾ ਸਮੁੰਦਰ ਵਿੱਚ ਪਾਣੀ ਭਰਿਆ ਇੰਨੇ ਮੇਰੇ ਵਿੱਚ ਅਵਗਣ ਭਰੇ ਨੇ, ਤੇ ਬਾਹਰੋਂ ਮੈਂ ਧਰਮੀ ਬਣ ਕੇ ਕਹਿੰਦਾ ਮੇਰੇ ਵਰਗਾ ਬੰਦਾ ਹੀ ਕੋਈ ਨਹੀਂ। ਹੁਣ ਤਾਂ ਅਰਦਾਸ ਹੈ, ਬਸ ਅੱਖਾਂ ਵਿੱਚ ਹੰਝੂ ਆ ਗਏ ਕਿ ਗਲਤ ਫਹਿਮੀ ਵਿੱਚ ਜੀ ਰਿਹਾ ਸੀ। ਹੁਣ ਤੱਕ ਮੈਂ ਜਿਹੜਾ ਜੀਵਨ ਜੀਵਿਆ ਇਹ ਗਲਤ ਫਹਿਮੀ ਵਿੱਚ ਜੀ ਰਿਹਾ ਸੀ, ਹੁਣ ਮੈਂ ਗਲਤ ਫਹਿਮੀਆਂ ਕੱਢ ਦੇਣੀਆਂ ਨੇ। ਤੇ ਜਦੋਂ ਗਲਤ ਫਹਿਮੀਆਂ ਦੂਰ ਹੁੰਦੀਆਂ ਨੇ ਬੜੇ ਬੜੇ ਝਗੜੇ ਵੀ ਸੁਲਝ ਜਾਂਦੇ ਨੇ, ਬੜੇ ਬੜੇ ਜਿਹੜੇ ਨਫ਼ਰਤ ਪਾਲ ਕੇ ਬੈਠੇ ਨੇ ਉਹ ਵੀ ਆਪਸ ਵਿੱਚ ਗਲਵੱਕੜੀ ਪਾ ਲੈਂਦੇ ਨੇ। ਧਿਆਨ ਰੱਖਿਓ, ਅਸੀਂ ਵੀ ਗਲਤ ਫਹਿਮੀ ਵਿੱਚ ਹਾਂ, ਤਾਂ ਹੀ ਤੇ ਸਾਡੀ ਨਿਰੰਕਾਰ ਨਾਲ ਗਲਵੱਕੜੀ ਨਹੀਂ ਪੈਂਦੀ। ਜਿਸ ਦਿਨ ਗਲਤ ਫਹਿਮੀ ਵਿੱਚੋਂ ਨਿਕਲ ਗਈ ਸਾਡੀ ਵੀ ਗਲਵੱਕੜੀ ਨਿਰੰਕਾਰ ਨਾਲ ਪੈ ਜਾਏਗੀ। ਪਰ ਉਹਦੇ ਲਈ ਬੇਨਤੀ ਕਰੀਏ ਕਿ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਅਵਗਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ, ਕਿਤੇ ਡੁੱਬ ਨਾ ਜਾਵਾਂ ਅਵਗਣਾ ਵਿੱਚ। ਇਹ ਅਵਗਣ ਮੇਰੇ ਅੰਦਰੋਂ ਕੱਢ ਕੇ ਸ਼ੁਭ ਗੁਣ ਮੇਰੇ ਅੰਦਰ ਭਰ ਦਿਓ। ਇਹ ਅਰਦਾਸ ਹੈ ਭੱਟ ਕੀਰਤ ਜੀ ਦੇ ਰਾਹੀਂ ਸਾਡੀ ਸਾਰਿਆਂ ਦੀ। ਹਮ ਅਵਗਣ ਭਰੇ ਏਕ ਗੁਣ ਨਾਹੀ, ਇੱਕ ਵੀ ਗੁਣ ਮੇਰੇ ਪੱਲੇ ਨਹੀਂ ਹੈ। ਅੰਮ੍ਰਿਤ ਛੱਡ ਕੇ ਮੈਂ ਅੰਮ੍ਰਿਤ ਦਾ ਰਸ ਛੱਡ ਕੇ ਵਿਖੈ ਬਿਖ ਖਾਈ। ਜਿਹੜੀ ਜ਼ਹਿਰ ਸੀ ਨਾ, ਉਹ ਜਿਹੜੀ ਵਿਸ਼ੇ ਵਿਕਾਰਾਂ ਵਾਲੀ, ਵਿਖੈ ਦਾ ਅਰਥ ਹੈ ਵਿਸ਼ੇ ਵਿਕਾਰ, ਬਿਖ ਦਾ ਅਰਥ ਹੈ ਜ਼ਹਿਰ। ਜਿਹੜੀ ਵਿਸ਼ੇ ਵਿਕਾਰਾਂ ਵਾਲੀ ਜ਼ਹਿਰ ਸੀ ਨਾ, ਬਸ ਉਹੀ ਮੈਂ ਖਾਂਦਾ ਰਿਹਾ ਹੁਣ ਤੱਕ। ਤੇ ਹੁਣ ਜਾ ਕੇ ਸਮਝ ਆਈ ਕਿ ਅੰਮ੍ਰਿਤ ਦਾ ਰਸ ਤੇ ਲਿਆ ਹੀ ਨਹੀਂ। ਅੰਮ੍ਰਿਤ ਦਾ ਰਸ ਕਿਉਂਕਿ ਉਹ ਕੌੜਾ ਲੱਗਦਾ ਸੀ। ਜਿੰਨਾ ਚਿਰ ਮੈਨੂੰ ਆਪਣੇ ਆਪੇ ਦੀ ਸਮਝ ਨਹੀਂ ਸੀ, ਮੈਂ ਸੱਚੇ ਨੂੰ ਝੂਠਾ ਕਹਿੰਦਾ ਰਿਹਾ, ਝੂਠੇ ਨੂੰ ਸੱਚਾ ਕਹਿੰਦਾ ਰਿਹਾ, ਅੰਮ੍ਰਿਤ ਨੂੰ ਕੌੜਾ ਕਹਿੰਦਾ ਰਿਹਾ, ਕੌੜੇ ਨੂੰ ਅੰਮ੍ਰਿਤ ਮੰਨ ਕੇ ਜਿਹੜਾ ਉਹ ਮੈਂ ਪੀਂਦਾ ਰਿਹਾ। ਹੁਣ ਪਤਾ ਲੱਗਾ ਕਿ ਅੰਮ੍ਰਿਤ ਛੱਡ ਕੇ ਬਸ ਜ਼ਹਿਰ ਹੀ ਜ਼ਹਿਰ ਖਾਧੀ ਹੈ, ਅੰਦਰ ਜੀਵਨ ਵੀ ਜ਼ਹਿਰੀਲਾ ਹੋ ਗਿਆ। ਇੱਕ ਦਿਨ ਜ਼ਿਕਰ ਕੀਤਾ ਸੀ ਕਿ ਅੱਜ ਸਭ ਤੋਂ ਵੱਧ ਜ਼ਹਿਰੀਲਾ ਕੌਣ ਹੈ? ਸਭ ਤੋਂ ਵੱਧ ਅਸੀਂ ਕਹਿੰਦੇ ਹਾਂ ਸੱਪ ਵਿੱਚ ਬੜੀ ਜ਼ਹਿਰ ਹੁੰਦੀ ਹੈ, ਬਿੱਛੂ ਵਿੱਚ ਬੜੀ ਜ਼ਹਿਰ ਹੁੰਦੀ ਹੈ, ਬੜੇ ਜ਼ਹਿਰੀਲੇ ਜਿਹੜੇ ਨੇ ਉਹ ਜੀਵ ਨੇ ਸੰਸਾਰ ਵਿੱਚ। ਪਰ ਅੱਜ ਸਰਚ ਕਰਕੇ ਵੇਖਿਓ, ਹੈਰਾਨੀ ਹੋਏਗੀ ਕਿ ਸਭ ਤੋਂ ਵੱਧ ਜ਼ਹਿਰੀਲਾ ਇਨਸਾਨ ਹੈ। ਜਿੰਨੀ ਜ਼ਹਿਰ, ਔਰ ਦੇਖੋ ਸੱਪ ਦਾ ਕੱਟਿਆ ਹੋਇਆ ਉਹ ਤਾਂ ਫਿਰ ਵੀ ਬਚ ਜਾਏਗਾ, ਉਹਦਾ ਤਾਂ ਇਲਾਜ ਫਿਰ ਵੀ ਹੋ ਜਾਏਗਾ। ਜੇ ਕੋਈ ਜ਼ਹਿਰ ਚੜ ਜਾਏ ਤੇ ਉਹਦੀ ਦਵਾ ਦਾਰੂ ਕਰਕੇ ਜ਼ਹਿਰ ਉਤਾਰੀ ਜਾ ਸਕਦੀ ਹੈ। ਪਰ ਜਿਹੜੀ ਨਫ਼ਰਤ ਦੀ ਜ਼ਹਿਰ ਹੈ ਨਾ, ਇਹ ਘਰਾਂ ਦੇ ਘਰ ਉਜਾੜ ਦਿੰਦੀ ਹੈ, ਇਹ ਘਰਾਂ ਦੇ ਘਰ ਤਬਾਹ ਕਰ ਦਿੰਦੀ ਹੈ। ਨਫ਼ਰਤ ਦੀ ਜ਼ਹਿਰ, ਇੱਕ ਹੱਸਦਾ ਵਸਦਾ ਘਰ ਉਜੜ ਜਾਂਦਾ ਹੈ, ਤਬਾਹੀਆਂ ਮੱਚ ਜਾਂਦੀਆਂ ਨੇ। ਜੇ ਕਿਤੇ ਇੱਕ ਨਫ਼ਰਤ ਦੀ ਜ਼ਹਿਰ ਦਾ ਇੱਕ ਕਿਣਕਾ ਜਾਂ ਇੱਕ ਬੂੰਦ ਵੀ ਆ ਕੇ ਪੈ ਜਾਏ ਨਾ, ਤੇ ਸੱਚ ਜਾਣਿਓ ਨਫ਼ਰਤ ਦੀ ਜ਼ਹਿਰ ਨੇ ਮੁਲਕ ਵੰਡ ਕੇ ਰੱਖ ਦਿੱਤੇ, ਧਰਮ ਵੰਡ ਕੇ ਰੱਖ ਦਿੱਤੇ, ਇਨਸਾਨ ਵੰਡ ਕੇ ਰੱਖ ਦਿੱਤਾ, ਭਰਾ ਨੂੰ ਭਰਾ ਦੇ ਹੱਥੋਂ ਮਰਵਾ ਦਿੱਤਾ, ਬੱਚਿਆਂ ਨੂੰ ਮਾਪਿਆਂ ਨੂੰ ਬੱਚਿਆਂ ਹੱਥੋਂ ਮਰਵਾ ਦਿੱਤਾ। ਇਸ ਨਫ਼ਰਤ ਦੀ ਜ਼ਹਿਰ ਨੇ ਕੀ ਨਹੀਂ ਕੀਤਾ ਹੈ, ਇੰਨੀ ਤਬਾਹੀਆਂ ਮਚਾਈਆਂ। ਇਹਦਾ ਮਤਲਬ ਸਭ ਤੋਂ ਜ਼ਹਿਰੀਲਾ ਇਨਸਾਨ ਹੀ ਹੈ। ਅੱਜ ਅਸੀਂ ਇੰਨੇ ਜ਼ਹਿਰ ਨਾਲ ਅੰਦਰ ਭਰ ਚੁੱਕੇ ਹਾਂ, ਤੇ ਇਸ ਜ਼ਹਿਰ ਨੂੰ ਅੰਮ੍ਰਿਤ ਵਿੱਚ ਕੌਣ ਬਦਲੇਗਾ? ਆ ਨਾਮ ਦਾ ਅੰਮ੍ਰਿਤ, ਆ ਰਸ ਜਿਹੜਾ ਸਾਨੂੰ ਗੁਰਬਾਣੀ ਦਾ ਦਿੱਤਾ ਹੈ, ਇਹ ਬਿਖ ਤੇ ਅੰਮ੍ਰਿਤ ਬਣ ਜਾਏਗਾ। ਪਰ ਜੇ ਕਿਤੇ ਸਤਿਗੁਰੂ ਸਾਡੇ ਤੇ ਅੰਮ੍ਰਿਤ ਨਾਮ ਦੀ ਬਖਸ਼ਿਸ਼ ਜਿਹੜੀ ਆ ਉਹ ਕਰ ਦੇਣ ਤਾਂ। ਹੁਣ ਸਾਡੀ ਬੇਨਤੀ ਇਹ ਹੈ ਕਿ ਗੁਰੂ ਰਾਮਦਾਸ ਪਾਤਸ਼ਾਹ ਅਸੀਂ ਅੰਮ੍ਰਿਤ ਨੂੰ ਛੱਡ ਕੇ ਵਿਸ਼ੇ ਵਿਕਾਰਾਂ ਵਾਲੀ ਜ਼ਹਿਰ ਹੀ ਹੁਣ ਤੱਕ ਜਿਹੜਾ ਉਹ ਖਾਂਦੇ ਰਹੇ ਹਾਂ। ਬੜੇ ਐਸੇ ਮਿਲਦੇ ਨੇ, ਤੁਹਾਨੂੰ ਵੀ ਮਿਲਦੇ ਨੇ ਐਸੇ ਜੀਵਨ ਜਿਨ੍ਹਾਂ ਨੇ ਨਸ਼ਿਆਂ ਵਿੱਚ ਆਪਣਾ ਆਪ ਖੋਖਲਾ ਕਰ ਲਿਆ ਸੀ, ਤੇ ਜਦੋਂ ਉਹਨਾਂ ਨੂੰ ਕਿਹਾ ਜਾਂਦਾ ਸੀ ਵੀ ਨਸ਼ੇ ਨਾ ਕਰੋ, ਤੇ ਅੱਗੋਂ ਉਹ ਮਾਰਨ ਲਈ, ਅੱਗੋਂ ਉਹ ਕੁੱਟਣ ਵਾਸਤੇ ਵੀ ਤਿਆਰ ਹੋ ਜਾਂਦੇ ਸਨ ਕਿ ਤੁਸੀਂ ਸਾਨੂੰ ਨਸ਼ੇ ਤੋਂ ਨਾ ਰੋਕੋ। ਅੱਜ ਜਦੋਂ ਉਹਨਾਂ ਨੂੰ ਆਪਣੇ ਆਪੇ ਦੀ ਸਮਝ ਆਈ, ਨਸ਼ੇ ਤੋਂ ਰਹਿਤ ਹੋ ਗਏ, ਅੱਜ ਉਹ ਰੋਂਦੇ ਨੇ, ਤਾਹਾਂ ਮਾਰ ਕੇ ਰੋਂਦੇ ਨੇ ਕਿ ਅਸੀਂ ਇੰਨੇ ਸਾਲ ਨਸ਼ਿਆਂ ਵਿੱਚ ਆਪਣਾ ਆਪ ਤਬਾਹ ਕਰ ਲਿਆ, ਆਪਣਾ ਘਰ ਵੀ ਰੋਲ ਲਿਆ,
ਮਾਂ-ਬਾਪ ਵੀ ਦੁਖੀ ਕੀਤੇ, ਆਪਣੇ ਪਰਿਵਾਰ ਨੂੰ ਵੀ ਅਸੀਂ ਰੋਲ ਦਿੱਤਾ, ਆਪਣੀ ਜ਼ਿੰਦਗੀ ਤਾਂ ਰੋਲੀ, ਨਾਲ ਨਾਲ ਪਰਿਵਾਰ ਵੀ ਅਸੀਂ ਰੋਲ ਦਿੱਤਾ। ਅੱਜ ਜਦੋਂ ਉਹਨਾਂ ਦਿਨਾਂ ਨੂੰ ਚੇਤੇ ਕਰਦੇ ਨੇ ਨਾ, ਤੇ ਸੱਚ ਜਾਣਿਓ ਉਹ ਰੋ ਪੈਂਦੇ ਨੇ ਇੰਨੇ ਕਿ ਅਸੀਂ ਇੰਨੇ ਸਾਲ ਕਿਉਂ ਐਵੇਂ ਵਿਕਾਰਾਂ ਵਿੱਚ ਹੀ ਕੱਟ ਦਿੱਤੇ। ਪਰ ਕਦੋਂ? ਜਦੋਂ ਸਮਝ ਆਈ। ਜਿਹਨੂੰ ਸਮਝ ਆ ਗਈ ਉਹਨੇ ਆਖਿਆ, ਮਹਾਰਾਜ ਜੀ ਦੋਏ ਹੱਥ ਜੋੜ ਕੇ ਹੁਣ ਤਾਂ ਬੇਨਤੀ ਹੈ, ਸਾਡੀ ਹਾਲਤ ਕੀ ਸੀ? ਅੰਮ੍ਰਿਤ ਛਾੜ ਵਿਖੈ ਬਿਖ ਖਾਈ, ਅਸੀਂ ਅੰਮ੍ਰਿਤ ਰਸ ਛੱਡ ਕੇ ਜ਼ਹਿਰ ਹੀ ਖਾਂਦੇ ਰਹੇ ਹਾਂ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਮਾਇਆ ਦੇ ਮੋਹ ਵਿੱਚ ਪੈ ਕੇ ਭਰਮ ਦੇ ਵਿੱਚ ਅਸੀਂ ਭਟਕ ਗਏ। ਭਰਮ ਨੇ ਕੀ ਕੀਤਾ? ਭੁਲਾ ਕੇ ਰੱਖ ਦਿੱਤਾ। ਮਾਇਆ ਦਾ ਮੋਹ ਪੈ ਗਿਆ, ਉਸ ਮਾਇਆ ਦੇ ਮੋਹ ਨੇ ਭਰਮ ਪਾ ਦਿੱਤਾ, ਉਸ ਭਰਮ ਨੇ ਸਾਨੂੰ ਆਪਣੇ ਰਾਹ ਤੋਂ ਭਟਕਾ ਦਿੱਤਾ। ਅਸੀਂ ਭੁੱਲ ਗਏ ਤੇ ਜਿਹੜੇ ਰਾਹ ਤੋਂ ਅਸੀਂ ਭਟਕੇ ਸੀ ਮੁੜ ਕੇ ਉਸ ਰਾਹ ਉੱਤੇ ਆਏ ਹੀ ਕੋਈ ਨਹੀਂ। ਐਸਾ ਅਸੀਂ ਮਾਇਆ ਦੇ ਮੋਹ ਦੀ ਦਲਦਲ ਵਿੱਚ ਫਸਦੇ ਚਲੇ ਗਏ, ਦਲਦਲ ਵਿੱਚ ਧੱਸਦੇ ਚਲੇ ਗਏ। ਹੁਣ ਤਾਂ ਬਸ ਇੱਕ ਆਸ ਰਹਿ ਗਈ ਹੈ ਕਿ ਮਹਾਰਾਜ ਜੀ ਜੇ ਤੁਹਾਡਾ ਪੱਲਾ ਪਕੜ ਲਈਏ ਤੇ ਹੋ ਸਕਦਾ ਹੈ ਇਸ ਮੋਹ ਦੀ ਦਲਦਲ ਵਿੱਚੋਂ ਦੀ ਛੁਟਕਾਰਾ ਹੋ ਜਾਏ। ਹੁਣ ਹਾਲਤ ਕੀ ਹੈ? ਮਾਇਆ ਮੋਹ ਭਰਮ ਪੈ ਭੁੱਲੇ। ਮਾਇਆ ਦੇ ਮੋਹ ਵਿੱਚ ਭਰਮ ਵਿੱਚ ਪੈ ਕੇ ਅਸੀਂ ਭੁੱਲ ਗਏ, ਆਪਣੀ ਜ਼ਿੰਦਗੀ ਦਾ ਰਸਤਾ ਹੀ ਭੁੱਲ ਗਏ। ਜਿਹੜਾ ਸਾਨੂੰ ਮਨੁੱਖਾ ਜਨਮ ਦਿੱਤਾ ਸੀ ਨਾ ਇਨਸਾਨੀਅਤ ਵਾਲਾ, ਅਸੀਂ ਉਹ ਇਨਸਾਨੀਅਤ ਵਾਲਾ ਰਾਹ ਹੀ ਭੁੱਲ ਗਏ। ਅਸੀਂ ਇਨਸਾਨੀਅਤ ਵਾਲਾ ਰਾਹ ਭੁੱਲ ਕੇ ਹੋਰ ਕਰਮ ਜਿਹੜੇ ਆ ਉਹ ਸੰਸਾਰ ਵਿੱਚ ਕਰਦੇ ਰਹੇ। ਇਸ ਲਈ ਸੁਤ ਦਾਰਾ ਸਿਉ ਪ੍ਰੀਤ ਲਗਾਈ। ਤੁਸੀਂ ਆਖਿਆ ਸੀ ਜਗਤ ਮੈਂ ਝੂਠੀ ਦੇਖੀ ਪ੍ਰੀਤ, ਤੁਸੀਂ ਆਖਿਆ ਸੀ ਕਿ ਸੰਗ ਸਖਾ ਸਭ ਤਜ ਗਏ, ਕਹੂ ਨਾ ਨਿਭਿਓ ਸਾਥ, ਕਹੋ ਨਾਨਕ ਇਹ ਬਿਪਤ ਮੈਂ ਟੇਕ ਏਕ ਰਘੁਨਾਥ। ਤੁਸੀਂ ਆਖਿਆ ਸੀ ਸੱਚੀ ਪ੍ਰੀਤ ਉਸ ਨਿਰੰਕਾਰ ਨਾਲ ਪਾਓ, ਪਰ ਅਸੀਂ ਆ ਜਿਹੜੇ ਸਾਨੂੰ ਤੁਸੀਂ ਸੰਬੰਧ ਦਿੱਤੇ, ਅਸੀਂ ਇਹਦੇ ਨਾਲ ਹੀ ਆਪਣੀ ਝੂਠੀ ਪ੍ਰੀਤ ਪਾ ਕੇ ਬਸ ਇਹਨਾਂ ਦੇ ਨਾਲ ਹੀ ਜੁੜੇ ਰਹੇ ਤੇ ਆਪਣੇ ਪਰਿਵਾਰ ਨੂੰ ਖੁਸ਼ ਕਰਨ ਲਈ ਅਸੀਂ ਹੇਰਾ ਫੇਰੀਆਂ, ਠੱਗੀਆਂ ਵੀ ਕੀਤੀਆਂ, ਬੜਾ ਕੁਝ ਕੀਤਾ। ਉੱਥੇ ਵੀ ਤੁਸੀਂ ਸਮਝਾਇਆ, ਅਸੀਂ ਸੁੱਤਦਾਰਾਂ ਨਾਲ ਪ੍ਰੀਤ ਪਾ ਕੇ ਘਰ ਵਾਲੀ ਨੂੰ ਵੀ ਖੁਸ਼ ਕਰਨ ਲਈ ਤੇ ਪੁੱਤਰਾਂ ਨੂੰ ਵੀ ਖੁਸ਼ ਕਰਨ ਲਈ ਬਹੁ ਪਰ ਪੰਚ ਕਰ ਪਰ ਧਨ ਲਿਆਵੇ, ਸੁੱਤਦਾਰਾ ਪੈ ਆਨ ਲੁਟਾਵੇ। ਆ ਕੇ ਲੁਟਾ ਦਿੱਤਾ ਕਿਉਂਕਿ ਉਹਦੇ ਮੋਹ ਵਿੱਚ ਫਸਿਆ ਸੀ ਤੇ ਉਹਨੇ ਉਹਨਾਂ ਦੀ ਖੁਸ਼ੀ ਲੈਣ ਲਈ ਠੱਗੀਆਂ ਵੀ ਕੀਤੀਆਂ, ਚੋਰੀਆਂ ਵੀ ਕੀਤੀਆਂ, ਧੋਖੇ ਵੀ ਦਿੱਤੇ ਦੁਨੀਆ ਨੂੰ। ਕਾਹਦੇ ਲਈ? ਆਪਣੇ ਇਸਤਰੀ ਤੇ ਆਪਣੇ ਪੁੱਤਰਾਂ ਨੂੰ ਖੁਸ਼ ਕਰਨ ਲਈ। ਪਰ ਇਹ ਭੁੱਲ ਗਿਆ ਜਿਹਦੇ ਮੋਹ ਵਿੱਚ ਫਸ ਕੇ ਤੂੰ ਇਹ ਜ਼ਹਿਰ ਵੰਡਦਾ ਪਿਆ, ਇੱਕ ਦਿਨ ਇਹੀ ਜ਼ਹਿਰ ਤੈਨੂੰ ਵੀ ਨਿਗਲ ਜਾਏਗੀ। ਧਿਆਨ ਰੱਖਿਓ ਅੱਜ ਸਾਡਾ ਹਾਲ ਕੀ ਹੈ। ਮਾਫ ਕਰਨਾ, ਇੱਕ ਬੜਾ ਸੋਹਣਾ ਕਲਿੱਪ ਆਇਆ ਸੀ, ਤੁਸੀਂ ਵੀ ਸ਼ਾਇਦ ਵੇਖਿਆ ਹੋਵੇ। ਇੱਕ ਡਾਕਟਰ ਨਾ ਹਸਪੀਟਲ ਦੇ ਵਿੱਚ ਕਹਿੰਦੇ ਨੇ ਉਹ ਬਿਨਾਂ ਪੈਸੇ ਲਿਆ ਕਿਸੇ ਦਾ ਇਲਾਜ ਨਹੀਂ ਕਰਦਾ, ਆਪਰੇਸ਼ਨ ਨਹੀਂ ਕਰਦਾ। ਉਹ ਬੜਾ ਹੰਕਾਰ ਦੇ ਨਾਲ ਹੈ ਵੀ ਮੈਂ ਬਹੁਤ ਵੱਡਾ ਡਾਕਟਰ ਹਾਂ ਤੇ ਮੈਂ ਆਪਰੇਸ਼ਨ ਕਰਾਂਗਾ, ਹੋਰ ਕੋਈ ਕਰ ਵੀ ਨਹੀਂ ਸਕਦਾ। ਕਹਿੰਦੇ ਜਦੋਂ ਵੀ ਕੋਈ ਹਸਪੀਟਲ ਵਿੱਚ ਆਉਂਦਾ ਤੇ ਪਹਿਲਾਂ ਕਹਿੰਦਾ ਵੀ ਉੱਥੇ ਫੀਸ ਜਮ੍ਹਾਂ ਕਰਾਓ, ਜੇ ਤੁਸੀਂ ਜਮ੍ਹਾਂ ਕਰਾਓਗੇ ਰਸੀਦ ਲਓਗੇ ਫਿਰ ਮੈਂ ਆਪਰੇਸ਼ਨ ਕਰਨਾ, ਨਹੀਂ ਤੇ ਮਰਦਾ ਮਰੀਜ਼ ਮਰੀ ਜਾਏ। ਇੱਕ ਦਿਨ ਨੌਜਵਾਨ ਦਾ ਐਕਸੀਡੈਂਟ ਹੋ ਗਿਆ। ਜਿਹੜਾ ਉਹਨਾਂ ਦੇ ਹਸਪੀਟਲ ਦਾ ਸਟਾਫ ਸੀ ਉਹ ਡਾਕਟਰ ਨੂੰ ਆ ਕੇ ਕਹਿੰਦਾ, ਡਾਕਟਰ ਸਾਹਿਬ ਉਹਦੇ ਸਿਰ ਦਾ ਜਲਦੀ ਤੋਂ ਜਲਦੀ ਆਪਰੇਸ਼ਨ ਕਰਨਾ ਪੈਣਾ ਹੈ ਕਿਉਂਕਿ ਐਕਸੀਡੈਂਟ ਬੜਾ ਬੁਰਾ ਹੋ ਗਿਆ। ਉਹ ਕੁਰਸੀ ਤੇ ਬੈਠਾ ਡਾਕਟਰ ਕਹਿ ਰਿਹਾ, ਇੱਕ ਕਲਿੱਪ ਵੇਖਿਆ ਸੀ, ਕਹਿੰਦੇ ਨੇ ਉਹ ਕਹਿ ਰਿਹਾ, ਕਹਿੰਦਾ ਪਹਿਲਾਂ ਪੈਸੇ ਜਮ੍ਹਾਂ ਕਰਾਓ ਫਿਰ ਉਹਦਾ ਆਪਰੇਸ਼ਨ ਮੈਂ ਕਰਨਾ ਹੈ, ਨਹੀਂ ਤੇ ਉਹਨੂੰ ਲੈ ਜਾਓ ਵਾਪਸ। ਹੁਣ ਸਟਾਫ ਜਿਹੜਾ ਸੀ ਉਹ ਸੋਚ ਰਿਹਾ ਵੀ ਇਹਦੇ ਮਾਂ-ਬਾਪ ਦਾ ਨਹੀਂ ਪਤਾ, ਇਹਦੇ ਪਰਿਵਾਰ ਦਾ ਨਹੀਂ ਪਤਾ, ਸੜਕ ਤੇ ਰੋਡ ਤੇ ਐਕਸੀਡੈਂਟ ਹੋਇਆ, ਚੁੱਕ ਕੇ ਇਹਨੂੰ 4 ਬੰਦੇ ਹਸਪੀਟਲ ਛੱਡ ਗਏ, ਇਹਦਾ ਤੇ ਪਤਾ ਹੀ ਨਹੀਂ ਇਹਦੇ ਮਾਂ-ਬਾਪ ਕੌਣ ਨੇ, ਪਤਾ ਹੀ ਨਹੀਂ। ਇਸ ਲਈ ਕੀ ਕਰੀਏ, ਜੇ ਇਹਨੂੰ ਇਸ ਤਰ੍ਹਾਂ ਹੀ ਛੱਡ ਦਿੱਤਾ ਤੇ ਇਹਨੇ ਥੋੜੇ ਸਮੇਂ 'ਚ ਮੌਤ ਹੋ ਸਕਦੀ ਹੈ। ਸਾਰੇ ਸਟਾਫ ਨੇ ਨਾ ਰਲ ਕੇ ਸਲਾਹ ਕੀਤੀ ਵੀ ਆਪਾਂ ਥੋੜੇ ਪੈਸੇ ਇਕੱਠੇ ਕਰਕੇ ਉਸ ਡਾਕਟਰ ਨੂੰ ਦੇ ਦਿੰਨੇ ਆ ਤੇ ਜਦੋਂ ਇਹਨਾਂ ਦੇ ਮਾਂ-ਬਾਪ ਦਾ ਪਤਾ ਲੱਗੇਗਾ ਵਾਪਸ ਲੈ ਲਵਾਂਗੇ। ਸਟਾਫ ਨੇ ਆਪਸ ਵਿੱਚ ਸਲਾਹ ਕੀਤੀ ਤੇ ਥੋੜਾ ਸਮਾਂ ਲੱਗ ਗਿਆ। ਕਹਿੰਦੇ ਡਾਕਟਰ ਨੂੰ ਆਖਿਆ ਵੀ ਪੈਸਿਆਂ ਦਾ ਪ੍ਰਬੰਧ ਹੋ ਗਿਆ,
ਤੂੰ ਚੱਲ ਤੇ ਚੱਲ ਕੇ ਉਸ ਨੌਜਵਾਨ ਦਾ ਆਪਰੇਸ਼ਨ ਕਰ। ਕਹਿੰਦੇ ਜਿੰਨੇ ਨੂੰ ਡਾਕਟਰ ਨੇ ਉੱਠ ਕੇ ਆਉਣਾ ਸੀ ਉਹਦੀ ਮੌਤ ਹੋ ਗਈ। ਜਦੋਂ ਮੌਤ ਹੋਈ ਆਇਆ, ਕਹਿੰਦਾ ਲਿਆਓ ਕਿੱਥੇ ਆ ਆਪਰੇਸ਼ਨ ਕਰੀਏ। ਕਹਿੰਦੇ ਜਦੋਂ ਉਹ ਬਸਤਰ ਹਟਾਇਆ ਤੇ ਉਹਦਾ ਆਪਣਾ ਹੀ ਪੁੱਤਰ ਸੀ, ਉਹ ਡਾਕਟਰ ਦਾ ਆਪਣਾ ਹੀ ਪੁੱਤਰ ਸੀ ਜਿਹਦਾ ਐਕਸੀਡੈਂਟ ਹੋ ਗਿਆ। ਭਾਵ ਕਿ ਆਪਣੇ ਪੁੱਤਰ ਦੇ ਇਲਾਜ ਵਾਸਤੇ ਵੀ ਕਹਿੰਦਾ ਵੀ ਜੇ ਪਹਿਲਾਂ ਫੀਸ ਜਮ੍ਹਾਂ ਕਰਾਓਗੇ ਤਾਂ ਆਪਰੇਸ਼ਨ। ਉਸ ਦਿਨ ਧਾਹਾਂ ਮਾਰ ਕੇ ਰੋਇਆ ਕਿ ਮੈਂ ਕੀ ਕਰ ਬੈਠਾ, ਜੇ 2 ਮਿੰਟ ਵੀ ਪਹਿਲਾਂ ਆ ਜਾਂਦਾ ਤੇ ਹੋ ਸਕਦਾ ਸੀ ਮੈਂ ਆਪਣੇ ਪੁੱਤਰ ਨੂੰ ਬਚਾ ਲੈਂਦਾ। ਪਰ ਉਹਨੂੰ ਤੇ ਸੀ ਵੀ ਮਾਇਆ ਚਾਹੀਦੀ ਹੈ, ਮਾਇਆ ਮੋਹ ਭਰਮ ਪੈ ਭੁੱਲੇ ਸੁਤਦਾਰਾ ਸਿਉ ਪ੍ਰੀਤ ਲਗਾਈ। ਤੇ ਜਦੋਂ ਆਹ ਹਾਲਤ ਪੁੱਤਰ ਦੀ ਵੇਖੀ ਕਹਿੰਦੇ ਬਸ ਡਿੱਗ ਗਿਆ, ਧਾਹਾਂ ਮਾਰ ਕੇ ਰੋਇਆ, ਪਛਤਾਵਾ ਹੋਇਆ ਕਿ ਮੈਂ ਕੀ ਕਰ ਬੈਠਾ। ਅਸੀਂ ਵੀ ਅਵਗੁਣਾਂ ਨਾਲ ਭਰੇ ਆ, ਜਿੱਦਣ ਝਾਤੀ ਮਾਰਾਂਗੇ ਪਛਤਾਵੇ ਤੋਂ ਸਿਵਾ ਰਹਿ ਕੁਛ ਨਹੀਂ ਜਾਣਾ। ਉਸ ਦਿਨ ਅਰਦਾਸ ਹੋਏਗੀ, ਮਹਾਰਾਜ ਅਸੀਂ ਮਾਇਆ ਦੇ ਮੋਹ ਵਿੱਚ ਭਰਮ ਵਿੱਚ ਪੈ ਕੇ ਭਟਕੇ ਸੁਤਦਾਰਾ ਨਾਲ ਪ੍ਰੀਤ ਲਾਈ ਬੈਠੇ ਹਾਂ। ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਈ। ਹਾਂ, ਇੱਕ ਉੱਤਮ ਪੰਥ ਸੁਣਿਆ ਹੈ। ਪੰਥ ਮੈਨੇ ਰਸਤਾ, ਕਹਿੰਦੇ ਇੱਕ ਉੱਤਮ ਰਸਤਾ ਸੁਣਿਆ ਹੈ, ਉਹ ਹੈ ਗੁਰੂ ਦੀ ਸੰਗਤ ਵਾਲਾ। ਕਿ ਉਸ ਜਿੱਥੇ ਗੁਰੂ ਦੇ ਦਰ ਤੇ ਜਾਇਆ ਜਾਂਦਾ ਹੈ ਉਹ ਸੰਗਤ ਵਾਲਾ ਰਸਤਾ, ਕਿ ਜਿਹੜਾ ਸੰਗਤ ਨਾਲ ਚੱਲ ਕੇ ਗੁਰੂ ਦੇ ਦਰ ਤੇ ਆਉਂਦਾ ਹੈ ਉਸ ਰਸਤੇ ਤੇ ਆ ਕੇ ਜਿਹੜਾ ਗੁਰੂ ਦਾ ਮਿਲਾਪ ਹਾਸਲ ਕਰਦਾ ਹੈ। ਕਹਿੰਦੇ ਤਹਿ ਮਿਲੰਤ ਜਮ ਤਰਾਸ ਮਿਟਾਈ। ਜਮ ਦੇ ਜੰਮਣ ਮਰਨ, ਜਮ ਦੁੱਖ ਵੀ ਹੁੰਦਾ ਹੈ। ਜਿਹੜੇ ਦੁੱਖਾਂ ਦਾ ਡਰ ਅੰਦਰ ਸਤਾਉਂਦਾ ਪਿਆ ਉਹ ਸਾਰੇ ਦੁੱਖ ਮਿਟ ਜਾਂਦੇ ਨੇ, ਜੰਮਣ ਮਰਨ ਮਿਟ ਜਾਂਦਾ ਹੈ। ਜਿਹੜਾ ਇਸ ਉੱਤਮ ਪੰਥ ਦਾ ਪਾਂਦੀ ਬਣ ਕੇ ਸੰਗਤ ਨਾਲ ਰਲ ਕੇ ਗੁਰੂ ਦੇ ਦਰ ਤੇ ਆਉਂਦਾ ਹੈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰੱਖੋ ਸਰਣਾਈ। ਹੁਣ ਪਹਿਲਾਂ ਆਪਣੇ ਅੰਦਰ ਦਾ ਬਿਆਨ ਕੀਤਾ ਵੀ ਆਹ ਹੈ ਮੇਰਾ ਜੀਵਨ, ਫਿਰ ਪਤਾ ਲੱਗਾ ਵੀ ਇੱਕ ਉੱਤਮ ਪੰਥ ਵੀ ਹੈ। ਫਿਰ ਉਸ ਪੰਥ ਤੇ ਉਸ ਪੰਥ ਦਾ ਅਰਥ ਰਸਤੇ ਤੇ ਤੁਰ ਕੇ ਸੰਗਤ ਨਾਲ ਗੁਰੂ ਰਾਮਦਾਸ ਜੀ ਦੇ ਘਰ ਆਏ ਤੇ ਗੁਰੂ ਰਾਮਦਾਸ ਜੀ ਦੇ ਘਰ ਆ ਕੇ ਫਿਰ ਇੱਕ ਅਰਦਾਸ ਪਾਠ ਕੀਰਤ ਕੀ। ਭੱਟ ਕੀਰਤ ਜੀ ਕਹਿੰਦੇ ਫਿਰ ਮੈਂ ਅਰਦਾਸ ਕੀਤੀ ਹੈ ਤੇ ਆਓ ਆਪਾਂ ਵੀ ਸਾਰੇ ਰਲ ਕੇ ਅਰਦਾਸ ਕਰੀਏ। ਗੁਰ ਰਾਮਦਾਸ ਰੱਖੋ ਸ਼ਰਨਾਈ। ਸ਼ਰਨ ਆਈ, ਤੁਹਾਡੇ ਸ਼ਰਨ ਵਿੱਚ ਆਏ ਆ, ਸਾਨੂੰ ਆਇਆਂ ਨੂੰ ਆਪਣੇ ਦਰ ਤੇ ਰੱਖ ਲਓ। ਇਸ ਅਵਗੁਣਾਂ ਤੋਂ ਬਚਾ ਕੇ ਸ਼ੁਭ ਗੁਣ ਸਾਨੂੰ ਬਖਸ਼ ਦਿਓ ਤਾਂ ਕਿ ਅਸੀਂ ਸ਼ੁਭ ਗੁਣਾਂ ਦੇ ਧਾਰਨੀ ਬਣ ਕੇ ਆਪਣਾ ਜੀਵਨ ਸੁਖੀ ਕਰਕੇ ਉਸ ਮਾਲਕ ਦੇ ਚਰਨਾਂ ਵਿੱਚ ਲੀਨ ਹੋ ਸਕੀਏ। ਇਹ ਦੁੱਖਾਂ ਰੋਗਾਂ ਤੋਂ ਸਾਡਾ ਛੁਟਕਾਰਾ ਹੋ ਸਕੇ। ਇਹੀ ਅਰਦਾਸ ਆਪਾਂ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਚਰਨਾਂ 'ਚ ਕਰਨ ਆਏ ਆ ਕਿ ਸਤਿਗੁਰੂ ਆਇਓ ਸ਼ਰਨ ਤੁਹਾਰੀ, ਮਿਲੇ ਸੁਖ ਨਾਮ ਹਰ ਸ਼ੋਭਾ, ਚਿੰਤਾ ਲਾਹੇ ਹਮਾਰੀ, ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ, ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਸਾਨੂੰ ਗੋਲੇ ਬਣਾਓ ਤਾਂ ਕਿ ਅਵਗੁਣਾਂ ਤੋਂ ਬਚ ਕੇ ਜ਼ਹਿਰ ਨੂੰ ਛੱਡ ਕੇ ਅੰਮ੍ਰਿਤ ਬਾਣੀ ਦਾ ਰਸ ਲੈ ਕੇ ਆਪਣਾ ਵੀ ਭਲਾ ਤੇ ਦੂਜਿਆਂ ਦਾ ਵੀ ਅਸੀਂ ਭਲਾ ਜਿਹੜਾ ਉਹ ਕਰ ਸਕੀਏ। ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ। ਤੁਮ ਹੀ ਸੱਜਣ ਸੁਹੇਲੇ, ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਣ ਹਾਰ ਦਇਆਲਾ, ਰਾਖੋ ਰਾਖਣ ਹਾਰ ਦਇਆਲਾ। ਰਾਖੋ ਰਾਖਣ ਹਾਰ ਦਇਆਲਾ, ਰਾਖੋ ਰਾਖਣ ਹਾਰ ਦਇਆਲਾ।
ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ। ਸਤਿਗੁਰੂ ਕਿਰਪਾ ਕਰਨ, ਸਾਨੂੰ ਇਸੇ ਤਰ੍ਹਾਂ ਆਪਣੇ ਚਰਨਾਂ ਦਾ ਆਸਰਾ ਦੇ ਕੇ ਸਾਡੇ ਅੰਦਰ ਦੇ ਅਵਗੁਣ ਮਿਟਾ ਕੇ ਸ਼ੁਭ ਗੁਣਾਂ ਦੇ ਧਾਰਨੀ ਬਣਾ ਕੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰਿ ਪ੍ਰਭ ਆਪੇ ਮਿਲੇ ਵੇਲਾ ਜੀਵਨ ਸਤਿਗੁਰੂ ਜੀ ਬਣਾ ਦੇਣ। ਅੱਜ ਦੀ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜੀ ਸਤਿਗੁਰੂ ਅੱਗੇ ਤੋਂ ਮਿਹਰ ਦਾ ਹੱਥ ਰੱਖ ਕੇ ਨਿਵਾਜਣ। ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਭੱਟ ਕੀਰਤ ਜੀ ਨੇ ਜੋ ਬੇਨਤੀ ਰੂਪ ਵਿੱਚ ਇਹ ਪਾਵਨ ਬਚਨ ਉਚਾਰਨ ਕੀਤੇ, ਅਸੀਂ ਵੀ ਭਾਵਨਾ ਦੇ ਨਾਲ ਜੁੜਨਾ ਕਰੀਏ ਜੀ। ਇਕ ਉਤਮ ਪੰਥ ਸੁਨਿਓ ਗੁਰ ਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਣਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ।